गल कहना होना, चाहे कोई पंच होवे, चाहे सरपंच होवे, चाहे MLA होवे, चाहे कोई सरकारी नौकरी च रहंदा होवे, अगर वो आपदे अहदे दा वधिया इस्तेमाल करके चंगे काम करदा तां उस नूं वोट मंगण दी जरूरत नहीं पैंदी। ਅਸੀਂ खुशकिस्मत सी कि साडे विच साडे मलेरकोटले दे गरीबां दे मसीहा ऐसा बैठे ने। मैं तो कई बार जो गल होती है मेरी मुलाकात कदे हुई नहीं, अज पहले दिन ही इन्हें दर्शन हुए ने, आया कई बार कभी मुलाकात नहीं हुई, पर मैं इन्हों यही कहना कि गरीबां ने मसीहा ने, इन्होंने इन्ने परिवार जो इन्ने परिवार को पाल रहे हैं, बहुत वधिया गल है। इन्होंने वोट मंगने की जरूरत नहीं सी पैनी, इन्हों का हम इन्हों के सिर के उत्ते हथ होने करके बंदा जी समझो जी समाज मैं ज्यादा समय नहीं लूंगा, एक छोटी जी बेनती करूंगा। कल मैं एक छोटे जिहा काम कर लग्या कहना उन्होंने देख के साडा हौसला ते साडे वर्करां दा हौसला जे होर भी बन गया हैगा तो मैं फिर कहा पंजाब को सरदार अजीत सिंह जी का कई धन्यवाद ਜਿਹੜੇ ਇਸ ਪੰਜਾਬ ਦੇ ਵਿੱਚ ਸਾਡੀ ਹੌਸਲਾ ਅਫਜ਼ਾਈ ਕਰਨ ਵਾਸਤੇ ਇੱਥੇ ਵਿਰਾਜਮਾਨ ਨੇ। ਬੇਨਤੀ ਕਰੂੰਗਾ आज ये किसी एमपीसी विभाग के ਵਿੱਚੋਂ ਕਿ ਇਹ ਵੀ ਆਪਣੇ ਘਰ ਸ਼ਾਮਲ ਰਹਿਣ ਦੀ ਆਵਾਜ਼ ਸਾਡੇ ਪਿੱਛੇ ਦੇਖ ਕੇ ਜਿਹੜੇ ਨਹੀਂ ਇੱਜ਼ਤ ਕਰਦੇ ਸਾਥੀਆਂ ਨੂੰ ਬੇਨਤੀ ਹੈ ਕਿ ਬਰਾਬਰ ਇਹ ਸੂਟ ਨਹੀਂ ਮਿਲਦੀ। ਦੇਖੋ ਧੰਨਵਾਦ ਸਾਥੀਆਂ ਦਾ ਸਾਡਾ ਹਾਲ ਵੀ ਥੁੜ ਗਿਆ ਹੈਗਾ ਜਦ ਕਿ ਅਸੀਂ ਟ੍ਰੇਨ ਵਰਕਰ ਵੀ ਬਣਾਏ ਨੇ। ਸੋ ਸਾਥੀਓ ਬਹੁਤ ਹੀ ਧੰਨਵਾਦ ਤੁਹਾਡਾ, ਫਿਰ ਵੀ ਸਾਡੇ ਕੋਲ ਜਗ੍ਹਾ ਨਹੀਂ ਖੜੋ ਕਿਤੇ ਬੈਠਣ ਨੂੰ। ਉਹ ਸਾਥੀਓ ਜਿੱਥੇ ਵੀ ਜਗ੍ਹਾ ਸਾਈਡਾਂ 'ਤੇ ਖੜ ਜਾਓ, ਇੱਧਰ ਬਰਾਬਰ ਸਾਈਡਾਂ 'ਤੇ ਖੜ ਜਾਓ ਮੇਰੇ ਸਾਥੀ, ਕਿਉਂਕਿ ਸਾਰੇ ਬੰਦੇ ਨੌਜਵਾਨ ਹਨ। ਸਾਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇੱਧਰ ਖੜ ਜਾਣ। ਟਿਕਟ ਤੇ ਦੋ ਸੀਟਾਂ ਲੈ ਲਓ ਸਾਥੀਓ, ਟਿਕਟ ਤੇ ਬੈਠ ਜਾਓ, ਸਰਦੀ ਦਾ ਸਮਾਂ ਕੋਈ ਇਹੀ ਗੱਲ ਨਹੀਂ। ਸੋ ਸਾਥੀਓ ਬਹੁਤ ਧੰਨਵਾਦ ਤੁਹਾਡਾ, बहुत धन्यवाद, बहुत धन्यवाद। साथी जी बेनती की है साहब को कि ये बराबर आगे साथियों को करा देना। हाँ जी आगे साथियों को बराबर करा के होर जेडे साथी नाल आए ने समूह जथा लेके उन्होंने भी धन्यवाद वर्करां दा। अशरफ ਜਿਹੜੇ ਬੰਦੇ ਨੇ ਨਾਲ ਆਪਣਾ ਬੰਦਾ ਕਿੱਧਰ ਗਿਆ? जिंदाबाद सरदार अकबर सिंह झुंडा, जिंदाबाद सुखवीर सिंह बादल, जिंदाबाद। सो साथी जी उत्थी गल आपां गल नूं मोड़ के लेके आइए। हुण मैं बेनती करूंगा सुखचैन सिंह भूदन जी नूं भी ਉਹ ਚੰਦ ਸ਼ਬਦ ਆਪਦੇ ਕਹਿਣ। सुखचैन सिंह भूदन जी ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਇਕਬਾਲ ਸਿੰਘ ਝੁੰਦਾ ਸਾਹਿਬ, ਉਧਰ ਆ ਜਾਓ, ਉਹਨਾਂ ਦੇ ਨਾਲ ਸਟੇਜ ਤੇ ਵਿਰਾਜਮਾਨ ਸਾਡੇ ਹਲਕੇ ਤੇ ਗਰੀਬਾਂ ਦੇ ਰਹਿਨੁਮਾ ਮੁਹੰਮਦ ਅਵੈਸ ਸਾਹਿਬ, ਸਾਡੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਉਮੀਦਵਾਰ ਬਣਾਏ ਗਏ ਮੁਹੰਮਦ ਅਵੈਸ ਜੀ, ਤੇ ਸਟੇਜ ਤੇ ਵਿਰਾਜਮਾਨ ਸਾਰੀਆਂ ਹੀ ਸਨਮਾਨਯੋਗ ਸ਼ਖਸੀਅਤਾਂ ਅਤੇ ਪੰਡਾਲ ਦੇ ਵਿੱਚ ਵਿਰਾਜਮਾਨ ਸਾਰੇ ਅਕਾਲੀ ਦਲ ਦੇ ਜੁਝਾਰੂ ਵਰਕਰੋ, ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਲਈ ਬੜੀ ਖੁਸ਼ੀ ਦਾ ਸਮਾਂ ਹੈ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਬੋਲਦੇ ਬੁਲਾਰਿਆਂ ਨੇ ਦੱਸਿਆ ਕਿ ਟ੍ਰੇਨ ਸਾਡੀ ਬਿਲਕੁਲ ਤਿਆਰ ਸੀ, ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਸੀ, ਪਰ ਇੱਕ ਅੱਗੇ ਲਾਈਨ ਦੇ ਵਿੱਚ ਮੋਢੀ ਲੱਗਣ ਲਈ ਇੰਜਨ ਲਾਉਣ ਦੀ ਲੋੜ ਸੀ, ਜੋ ਕਿ ਬੜੇ ਲੰਮੇ ਸਮੇਂ ਤੋਂ ਅਸੀਂ ਇਕਬਾਲ ਸਿੰਘ ਜੀ ਝੁੰਦਾ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਉਹਨਾਂ ਨੂੰ ਕਹਿੰਦੇ ਆ ਰਹੇ ਸੀ। ਕਿਉਂਕਿ ਜੋ ਸਮੇਂ ਦੀ ਸਰਕਾਰ ਹੈ, ਜੋ ਸਮੇਂ ਦਾ ਨੁਮਾਇੰਦਾ ਇੱਥੇ ਮਲੇਰਕੋਟਲੇ ਤੇ ਇਸ ਟਾਈਮ ਰਾਜ ਕਰ ਰਿਹਾ,
ਉਹਨੂੰ ਨੱਥ ਪਾਉਣ ਲਈ ਉਹਦੀਆਂ ਜਿਹੜੀਆਂ ਕਾਲੀਆਂ ਕਰਤੂਤਾਂ ਜਾਂ ਜੋ ਗਲਤ ਢੰਗ ਦੇ ਉਹ ਕੰਮ ਕਰ ਰਿਹਾ ਹੈ ਵੀ ਸਾਨੂੰ ਕੋਈ ਇਹੋ ਜਿਹਾ ਨੁਮਾਇੰਦਾ ਦਿਓ ਜਿਨ੍ਹਾਂ ਕੋਲ ਅਸੀਂ ਜਲਦੀ ਪਹੁੰਚ ਸਕੀਏ। ਪਰ ਸਾਨੂੰ ਬੜਾ ਮਾਣ ਹੈ ਕਿ ਝੁੰਦਾ ਸਾਹਿਬ ਨੇ ਕਦੇ ਸਾਡੀ ਬਾਂਹ ਨਹੀਂ ਛੱਡੀ। ਹਰ ਟਾਈਮ ਇਹਨਾਂ ਨੇ ਕਿਹਾ ਵੀ ਤੁਸੀਂ ਜਿੱਥੇ ਖੜੇ ਹੋ ਅਸੀਂ ਤੁਹਾਡੇ ਨਾਲ ਹਾਂ। ਇਸ ਤਰ੍ਹਾਂ ਮੁਹੰਮਦ ਉਬੈਦ ਸਾਹਿਬ ਜੋ ਆਪਣੇ ਕੋਈ ਰੁਝੇਵਿਆਂ ਕਾਰਨ ਕਿਸੇ ਵੀ ਕਾਰਨ ਅੱਗੇ ਨਹੀਂ ਆ ਸਕੇ, ਪਰ ਇਹਨਾਂ ਵੱਲੋਂ ਜੋ ਮਲੇਰਕੋਟਲੇ ਨੂੰ ਦਿੱਤਾ ਗਿਆ, ਜੋ ਇਹਨਾਂ ਦੀ ਦੇਣ ਆ, ਜੋ ਸਮਾਜਿਕ ਆਰਥਿਕ ਖੇਤਰ ਦੇ ਵਿੱਚ, ਸਿੱਖਿਆ ਦੇ ਖੇਤਰ ਵਿੱਚ ਇਹਨਾਂ ਵੱਲੋਂ ਜੋ ਦਿੱਤਾ ਗਿਆ ਤਾਂ ਕਾਬਲੇ ਤਾਰੀਫ ਹੈ। ਹੁਣ ਅਸੀਂ ਸਟੇਜ ਤੇ ਬਿਰਾਜਮਾਨ ਸਾਰੀ ਲੀਡਰਸ਼ਿਪ ਅਤੇ ਲੋਕਾਂ ਵੱਲੋਂ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਨੁਸਰਤ ਇਕਰਾਮ ਖਾਂ ਬੱਗਾ ਜੀ ਨੂੰ ਕਿ ਹੁਣ ਲੋਕਾਂ 'ਚ ਜੋਸ਼ ਵੀ ਭਰ ਗਿਆ, ਨੌਜਵਾਨ ਵੀ ਬਹੁਤ ਉਤਸ਼ਾਹਿਤ ਨੇ। ਅਸੀਂ ਹੁਣ ਇਹ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜੋ ਵੀ ਸਾਨੂੰ ਪਾਰਟੀ ਵੱਲੋਂ ਹੁਕਮ ਹੋਊਗਾ, ਜਿਸ ਤਰ੍ਹਾਂ ਸਾਡੀ ਲੀਡਰਸ਼ਿਪ ਸਾਨੂੰ ਕਹੂਗੀ, ਅਸੀਂ ਉਸੇ ਤਰ੍ਹਾਂ ਆਪਣੀਆਂ ਡਿਊਟੀਆਂ ਲਗਾਵਾਂਗੇ। ਜਿੱਥੇ ਕਿਤੇ ਸਾਡੀ ਜਿਸ ਤਰ੍ਹਾਂ ਦੀ ਵੀ ਮਦਦ ਦੀ ਜ਼ਰੂਰਤ ਆ, ਹਰ ਸਮੇਂ ਅਸੀਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨਾਲ ਖੜਾਂਗੇ ਤੇ ਹਰ ਟਾਈਮ ਇਹਨਾਂ ਦੀ ਸੋਚ ਤੇ ਪਹਿਰਾ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਜ਼ਿਲ੍ਹਾ ਕਪਤਾਨ ਬਹੁਜਨ ਸਮਾਜ ਪਾਰਟੀ ਸ਼ਮਸ਼ਾਦ ਜੀ, ਜ਼ਿਲ੍ਹਾ ਪ੍ਰਧਾਨ ਜੀ ਨੂੰ ਬੇਨਤੀ ਕਰੂੰ ਕਿ ਉਹ ਮੰਚ ਤੇ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, अस्सलाम वालेकुम। ਸਾਥੀਓ, ਮੈਂ ਸੁਖਬੀਰ ਸਿੰਘ ਬਾਦਲ ਜੀ ਤੇ ਜਸਵੀਰ ਸਿੰਘ ਗੜੀ ਜੀ, ਅਵੈਧ ਜੀ ਤੇ ਆਪਣੇ ਇਕਬਾਲ ਸਿੰਘ ਝੁੰਦਾ ਜੀ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਬੱਗਾ ਜੀ ਨੂੰ ਟਿਕਟ ਦੇ ਕੇ ਨਵਾਜਿਆ ਅਤੇ ਬੱਗਾ ਜੀ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਪੇਸ਼ ਕਰਦਾ ਹਾਂ। ਸਾਥੀਓ, ਬਹੁਜਨ ਸਮਾਜ ਪਾਰਟੀ ਅੱਜ ਤੋਂ 2 ਮਹੀਨੇ ਪਹਿਲਾਂ ਹੀ ਚੱਲੀ ਹੋਈ ਹੈ, ਪਿੰਡਾਂ ਦੇ ਵਿੱਚ ਵਰਕ ਕਰ ਰਹੀ ਹੈ। ਹੁਣ ਸਾਨੂੰ ਨੁਮਾਇੰਦਾ ਮਿਲ ਗਿਆ ਹੈ, ਅਸੀਂ ਦਿਨ ਰਾਤ ਬੱਗਾ ਜੀ ਲਈ ਇੱਕ ਕਰ ਦਾਂਗੇ। ਸਾਥੀਓ, ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਹਾਂ ਕਿ ਆਪਣੇ ਗਿਲੇ ਸ਼ਿਕਵੇ ਜੋ ਵੀ ਹੈ ਉਹ ਭੁਲਾ ਕੇ ਹੁਣ ਆਪਾਂ ਇੱਕ ਹੋ ਜਾਈਏ। ਆਪਾਂ ਬੱਗਾ ਜੀ ਨੂੰ ਦੇਖ ਕੇ ਨਾ ਵੋਟਾਂ ਵੱਧ ਤੋਂ ਵੱਧ ਪਿੰਡਾਂ ਜਾਈਏ, ਘਰਾਂ ਜਾਈਏ, ਘਰਾਂ ਜਾ ਕੇ ਮਿਹਨਤਾਂ ਕਰੀਏ, ਖੁਸ਼ਾਮਦਾਂ ਕਰੀਏ। ਇਹ ਸੀਟ ਐਤਕੀ ਆਪਾਂ ਬੱਗਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਇਹਨਾਂ ਨੂੰ ਆਪਾਂ ਵਿਧਾਨ ਸਭਾ ਦੇ ਵਿੱਚ ਭੇਜਣਾ ਹੈ। ਅਤੇ ਜਿਹੜੇ ਸਮੇਂ ਦੀ ਸਰਕਾਰ, ਸਮੇਂ ਸਾਡੇ MLA ਰਜੀਆ ਸੁਲਤਾਨਾ ਜੀ ਅਤੇ ਉਹਨਾਂ ਦੇ ਸ਼ੌਹਰ ਮੁਸਤਫਾ ਜੀ ਜਾ ਕੇ ਆਪਣੇ ਸ਼ਹਿਰ ਦੇ ਵਿੱਚ ਜਲਸੇ ਕਰਦੇ ਨੇ। ਉਹਨਾਂ ਨੂੰ ਹੁਣ ਭਾਜਣਾ ਪੈ ਗਈਆਂ ਹਨ ਕਿ ਹੁਣ ਅਕਾਲੀ ਦਲ ਦਾ ਨੁਮਾਇੰਦਾ ਆ ਗਿਆ ਹੈ। ਜਿਹੜਾ ਅਕਾਲੀ ਦਲ ਚਾਹੁੰਦਾ ਸੀ ਉਹ ਨੁਮਾਇੰਦਾ ਮਿਲ ਗਿਆ ਹੈ। ਹੁਣ ਮੈਂ ਉਹਨਾਂ ਨੂੰ ਦਰਖਾਸਤ ਕਰਦਾ ਹਾਂ ਕਿ ਉਹ ਆਪਣਾ ਬਿਸਤਰ ਬੋਈਏ ਚੱਕ ਕੇ ਸਹਾਰਨਪੁਰ ਦੀ ਤਿਆਰੀ ਕਰ ਲੈਣ। ਸਾਥੀਓ, ਹੁਣ ਅਕਾਲੀ ਦਲ ਬਸਪਾ ਇਹ ਜਾਗ ਗਿਆ ਹੈ। ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ, ਸਰਕਾਰ ਬਣਾ ਕੇ ਇਹਨਾਂ ਨੂੰ ਦੱਸਾਂਗੇ ਕਿ ਵਿਕਾਸ ਕੀ ਹੁੰਦਾ ਹੈ। ਇਹ ਵਿਕਾਸ ਦੀਆਂ ਗੱਲਾਂ ਕਰੀ ਜਾਂਦੇ ਨੇ, ਸ਼ਹਿਰ ਦਾ ਬੁਰਾ ਹਾਲ ਹੈ, ਤੁਸੀਂ ਦੇਖਦੇ ਹੋ। ਕੋਈ ਵੀ ਜਗ੍ਹਾ ਐਸੀ ਨਹੀਂ ਹੈ ਜਿਹੜੀ ਨਹੀਂ ਪੱਟੀ ਪਈ। ਜੇ ਕਿਤੋਂ ਮਤਲਬ ਬਾਹਰੋਂ ਆਉਣਾ ਹੋਵੇ, ਮਹਿਮਾਨ ਨੇ ਆਉਣਾ ਹੋਵੇ, ਉਹ ਸਹੀ ਆ ਨਹੀਂ ਸਕਦਾ। ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਅਕਾਲੀ ਦਲ ਨੂੰ ਕਿ ਜਿਹੜੀ ਮੇਰੀ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਆ, ਬਸ ਇਹਨੂੰ ਸਨਮਾਨ ਦੇ ਦਿਓ ਤੇ ਇਹ ਦਰੀਆਂ ਵੀ ਵਿਛਾਉਣਗੇ, ਪਿੰਡਾਂ ਦੇ ਵਿੱਚ ਜਾ ਕੇ ਕੰਮ ਵੀ ਕਰਨਗੇ। ਮੈਂ ਬੇਨਤੀ ਇਹੀ ਕਰੂੰਗਾ ਕਿ ਮੇਰੀ ਲੀਡਰਸ਼ਿਪ ਨੂੰ ਨਾ ਆਪਣੇ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਨੂੰ ਬਸ ਮਾਨ ਸਨਮਾਨ। ਇਹ ਗਰੀਬ ਪਾਰਟੀ ਆ ਸਾਡੀ, ਅਸੀਂ ਖਰਚ ਨਹੀਂ ਕਰ ਸਕਦੇ, ਅਸੀਂ ਵਕਤ ਛੱਡ ਸਕਦੇ ਹਾਂ, ਦਿਨ ਰਾਤ ਇੱਕ ਕਰ ਸਕਦੇ ਹਾਂ। ਇਹ ਮੇਰੀ ਬੇਨਤੀ ਅਕਾਲੀ ਦਲ ਕਬੂਲ ਕਰਨ। ਇੰਨਾ ਕਹਿੰਦਾ ਰਜਾ ਲੈਣਾ। ਜੈ ਭੀਮ, ਜੈ ਭਾਰਤ, अस्सलाम वालेकुम, थैंक यू। ਸਾਥੀਓ, ਹਾਲ ਵਿੱਚ ਬੈਠੇ ਮੇਰੇ ਸਾਥੀਆਂ ਨੂੰ ਬੇਨਤੀ ਆ ਕਿ ਮੈਨੂੰ ਹੁਕਮ ਹੋਇਆ ਸਟੇਜ ਵੱਲੋਂ, ਸਾਥੀਓ ਗੌਰ ਨਾਲ ਸੁਣਿਓ, ਕਿ ਸਟੇਜ ਤੇ ਬੈਠੇ ਬਹੁਤੇ ਬੰਦਿਆਂ ਨੂੰ ਝਲਕਾਇਆ ਨਾ ਜਾਵੇ। ਸਾਡੇ ਵਰਕਰ ਜਿਹੜੇ ਨੇ, ਸਾਡੇ ਜਿਹੜੇ ਦਲਿਤ ਨੇ, ਜਿਹੜੇ ਸਾਡੇ ਭਾਈ ਨੇ, ਜਿਹੜੇ ਸਾਡੇ MC ਸਾਹਿਬ ਬੈਠੇ ਨੇ, ਪਿੱਛੇ ਬੈਠੇ ਨੇ ਮਦੇਵੀ ਸਾਹਿਬ, ਮਦੇਵੀ ਵਾਲੇ ਬੈਠੇ ਨੇ, ਉਹਨਾਂ ਨੂੰ ਸੁਣਾਇਆ ਜਾਵੇ ਸਾਰੇ ਸਾਥੀਆਂ ਨੂੰ। ਮੈਨੂੰ ਹੁਕਮ ਹੋਇਆ। ਸੋ ਮੈਂ
ਬੇਨਤੀ ਕਰੂੰਗਾ ਹੁਣ ਸਾਕਬ ਅਲੀ ਰਾਜਾ ਜੀ ਨੂੰ ਕਿ ਉਹ ਚੰਦ ਸ਼ਬਦ ਆਪਦੇ बहुत ही सत्कारयोग इकबाल साहब, अवैध साहब, पिंडा तो आए जथेदार साहबान, BSP दे मेरे भाइयों और पूरे शहर चों इकट्ठे हुए वर्करों ते लीडरों, अस्सलाम वालेकुम। वाहिगुरु जी का खालसा, वाहिगुरु जी की फतेह। अस्सलाम वालेकुम। पार्टी ने बहुत अच्छा फैसला लगता है। प्लीज जरा भाई, प्लीज जरा। पार्टी ने जो भी फैसला लगता है बहुत अच्छा फैसला लगता है। वर्करां नूं भी मैं यही बेनती करांगा, मैनूं सिर्फ कल चुंदा साहब का एक फोन आया क्योंकि अलहमदुलिल्लाह पार्टी ने, अवैध साहब ने, ये लोगों ने मैनू बहुत इज्जत दी कि 40 साल की उम्र के विच ही मैनू MLA टिकट का दावेदार बनाया और आ सारे लोगों ने बनाया। मैं कदे भी अलहमदुलिल्लाह अपने ज़मीर दे नाल, इकबाल साहब ने मेरे पर 2 शर्तां रखियां थीआं जिहड़ियां मैं पूरियां नहीं कर सकिया, पर मैं अपने ज़मीर दे नाल कदे धोखा नहीं कीता। और 20 साल दे विच मेरी अल्लाह ने मेरे च यही क्वालिटी पाई है, अल्लाह सब नूं दवे भी किसी पार्टी के वर्कर नाल या लीडर नाल हरामदीद नहीं की, क्योंकि मैं अपने बाप का खून है। हरामजादा बंदा वो हुंदा है, मैनूं कहनी नहीं चाहिए ऐसी गल्लां, जिहड़ा पार्टी दे विच रह के पार्टी दी जड़ा गिट्टियां तो बढ़दा है, पर अल्लाह ने राजे दे खून दे विच ऐसा खून नहीं पाया। सफर शुरू होया चौधरी गफार दे, मंत्री साहब दे इलेक्शन दे विच असीं बच्चे हुंदे सी। चौधरी गफार दे टाइम तो असीं नंगे पैर फिरना शुरू किया। आलम साहब नूं टिकट मिलिया तो असीं कदे पिठ नहीं दिखाई, अगले ने पूर सिरों चढ़ा के लेके आया। इस तो बाद बारी आई अवैध साहब की। ऐसा वक्त देखा मैंने, मेरे दोस्तों, अवैध साहब नूं पता है, पात्रों नूं सब नूं पता है भी आपां ने कदे अलहमदुलिल्लाह बैक होते नहीं आए। जिस तरह अल्लाह ने जिस तरह जिंदगी गुजारी है वो मैनूं ही पता है दोस्तों। 307 ਦੇ ਪਰਚੇ 752 ਨਾਲ ਪੈਂਟ ਗਿਲੀ ਹੋ ਜਾਂਦੀ ਹੈ। ਲੋਕਾਂ ਨੇ ਰਸਤਾ ਟੋਲ ਲਿਆ, ਮੁਸਤਫਾ ਦੀ ਕੋਠੀ ਜਾਣ ਦਾ ਪਾਇਆ ਲੁਧਿਆਣਾ। ਲੋਕਾਂ ਨੇ ਰਸਤਾ ਟੋਲ ਲਿਆ, ਕੁਝ ਮੇਰੇ ਦੋਸਤਾਂ ਨੇ ਮੁਸਤਫਾ ਦੀ ਕੋਠੀ ਪੜਨ ਦਾ, ਪਰ 307 ਦੇ ਪਰਚੇ ਅਲਹਮਦੁਲਿल्लाह ਕੋਰਟ ਕੰਪਲੈਕਸ ਮੈਂ ਕੱਲੇ ਨੇ ਟਾਈਮ ਕੱਢਿਆ। ਮਲੇਰਕੋਟਲੇ मेरा कोई वकील नहीं होया था। मलेरकोटले 400 वकील है पर मेरा कोई वकील नहीं होया था। मैंने वो बुरा वक्त देखे अलहमदुलिल्लाह। पर आपां नूं रब ने बहुत इज्जत देती भी 40 साल की उम्र दे विच तो पार्टी की ख्वाहिशां असीं नहीं पूरियां कर सके, पर मंत्री साहब बग्गा जी बैठे ने, मैंने उन्होंने 1 महीना पहला कहता था भी जी आपां तां आम बंदे, आम जिंदगी जीने हैं, अपना घर फूक के आपां तमाशा देख नहीं सकते। ठीक है जी, हैगा बहुत कुछ मेरे को अलहमदुलिल्लाह। अल्लाह ने मैंने करोड़ापति बनाया है, पर मेरिया कुछ मजबूरियां थी, पर मैंने मंत्री बैठे हैं, मैंने 1 महीना पहला कहता भी। और दूसरी मेरा जो इन्ना में बोल रहे हैं 5-4 मिनट लाए ने, मेन कारण की है भी अपने जिन्ने बैठे हैं लोग अगर इकट्ठे होकर लगोगे तो पार्टी दे विच जितने कोई मुश्किल नहीं होती, जित होंदी है वर्कर पर। ਅਸੀਂ मैं अपने ਵੱਲੋਂ ਇਹਨਾਂ ਨੂੰ ਕਹਿਣਾ ਮੰਤਰੀ ਸਾਹਿਬ ਨੂੰ, ਬੱਗਾ ਜੀ ਨੂੰ ਵੀ ਆਪਣੇ ਚ ਜੇ ਇੱਕ ਹੱਥ ਬਣਾਓਗੇ, ਉਂਗਲੀਆਂ ਬਣਾਓਗੇ, ਮੈਂ ਹੱਥ ਫੜੂੰਗਾ। ਜੇ ਹੱਥ ਪਿੱਛੇ ਕਰੋਗੇ ਪਰ ਮੈਂ ਪਾਰਟੀ ਨਾਲ ਰਹੂੰਗਾ। ਠੀਕ ਹੈ ਜੀ, ਮੈਂ ਧੋਖਾ ਨਹੀਂ ਕਰੂੰਗਾ। ਅਲਹਮਦੁਲਿल्लाह ਸ਼ਹਿਰ ਜਿੱਥੇ ਬੁਲਾਉਂਗੇ ਸਪੀਚ ਕਰਾਂਗੇ, ਜਿਹੜੀ ਆਪਣੇ ਲਈ ਕਰਨੀ ਸੀ ਉਹ ਵੀ ਤੁਹਾਡੇ ਲਈ ਕਰਾਂਗੇ, ਪਿੱਠ ਨਹੀਂ ਦਿਖਾਵਾਂਗੇ। ਬਾਕੀਆਂ ਨੂੰ ਮੈਂ ਕਹਿਣਾ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ, ਔਰ ਮੈਂ ਕਹਿਣਾ ਮੇਰਾ ਮਾਣ ਤੁਹਾਡੇ ਵਰਕਰਾਂ ਦਾ जिन्होंने ने मेरा इन्ना साथ दिता। सरदार सुखबीर सिंह बादल साहब को सारे तुसी मेरे बगैर कहे थे मेरे लिए इकट्ठे होकर जाके आए, मैं वह एक आसान मंद है। ये छोड़ो पार्टी के टिकटा का एक बंदे ने मिली होंगी, एक बंदे को मैंने अपने लिए कहा नहीं भी मेरी टिकट की मंग कर, पर अलहमदुलिल्लाह रब ने मैनू इन्नी इज्जत दी भी अपने लिए अगर ज़्यादा तो ज़्यादा लोग अपनी तरफ तो गए। इकबाल साहब बैठे हैं, मैंने कल मैनू कॉल आई थी, फोन आया था, मैं पहले ये लफ्ज़ कहता था जब टिकट दे रेस भी था, इकबाल साहब टिकट जिन्होंने मर्जी मिलू, मैं कमीनगिरी नहीं करनी किसी नाल। बुरा वक्त देखे
ਅਲਹਮਦੁਲਿਲਾ ਚੰਗਿਆਂ ਦਾ ਇੰਤਜ਼ਾਰ ਕਰਨਾ ਚਾਹੀਦਾ ਉਹ ਰੱਬ ਦਿਖਾਉਂਦਾ। ਇਹ ਕੋਈ ਟਿਕਟ ਤਾਂ ਇੱਕ ਨੂੰ ਮਿਲਣਾ, ਕੋਈ ਤਕਲੀਫ ਨਹੀਂ, ਇਨਸ਼ਾਅੱਲਾ ਲੱਗਾਂਗੇ। ਕੱਲਾ ਮੈਂ ਨਹੀਂ, ਸਾਰੇ ਲੱਗੋ, ਠੀਕ ਹੈ ਨਹੀਂ ਗੱਲ ਮੇਰੀ। ਮੁਕਾਬਲਾ ਹੈ, ਬਹੁਤ ਤਕੜਾ ਮੁਕਾਬਲਾ ਹੈ, ਆਸਾਨ ਨਾ ਸਮਝਿਓ। ਇਲੈਕਸ਼ਨ ਨੂੰ ਇਲੈਕਸ਼ਨ ਸਮਝੋਗੇ, ਵਰਕਰ ਨੂੰ ਇੱਜ਼ਤ ਦੇਵੋਗੇ, ਠੀਕ ਹੈ ਨਹੀਂ। ਕੁਰਸੀ ਨੂੰ ਕੁਰਸੀ ਵੀ ਦੇਵੋਗੇ, ਅਸੀਂ ਤਾਂ ਪਿੱਛੇ ਬੈਠ ਜਾਾਂਗੇ। ਵਰਕਰਾਂ ਨੂੰ ਇੱਜ਼ਤ ਦੇਵੋਗੇ, ਲੀਡਰਾਂ ਨੂੰ, ਪਿੰਡਾਂ ਦੇ ਸਾਥੀਆਂ ਨੂੰ ਇੱਜ਼ਤ ਦੇਵੋਗੇ। ਸੁਬਾਹ ਸ਼ਾਮ ਮਿਹਨਤ ਕਰੋਗੇ, ਅੱਲਾ ਦੀ ਮਰਜ਼ੀ ਹੈ, ਇਨਸ਼ਾਅੱਲਾ ਜਿੱਤ ਹਾਰ ਉਹਦੇ ਹੱਥ ਹੈ, ਤੁਸੀਂ ਜਿੱਤ ਕੇ ਆਓਗੇ, ਠੀਕ ਹੈ ਨਾ ਜੀ। ਉਹਨੂੰ ਹਰਾਉਣਾ ਕੋਈ ਏਡੀ ਬੜੀ ਗੱਲਬਾਤ ਨਹੀਂ ਹੈਗੀ, ਉਹਨੂੰ ਆਪ ਹੀ ਉਹਦੇ ਜ਼ਮੀਰ ਨੇ ਹਰਾ ਦੇਣਾ। ਸ਼ਹਿਰ ਤੁਹਾਡੇ ਨਾਲ ਲੱਗਣਾ ਚਾਹੁੰਦਾ ਹੈ, ਸ਼ਹਿਰ ਤੁਹਾਡੇ ਨਾਲ ਲੱਗਣਾ ਚਾਹੁੰਦਾ ਹੈ। ਦੂਸਰੀ ਮੇਰੀ ਗੁਜ਼ਾਰਿਸ਼ ਹੈ ਭਾਈ, ਅਗਰ ਕੋਈ ਗਲਤ ਅਲਫਾਜ਼ ਮੂੰਹ ਤੋਂ ਨਿਕਲ ਗਿਆ, ਉਹ ਜਿਹੜਾ ਦਿਲ ਦੇ ਜਿਹੜਾ ਇੰਨੇ ਤੱਕ ਗੁਬਾਰ ਬੰਦਾ ਕੱਢ ਸਕਦਾ ਜੀ, ਹੈ ਜੀ। ਪਰ ਭੱਜੇ ਤਾਂ ਨਹੀਂ ਆਪਾਂ ਬੈਠੇ ਨੇ, ਆਪਾਂ ਦੋ ਕਮੀਆਂ ਪੂਰੀਆਂ ਨਹੀਂ ਕਰ ਸਕੇ। ਆਪਣੇ ਜੱਲਾਂ ਨੇ ਸਭ ਕੁਝ ਦਿੱਤਾ ਹੈ, ਛੋਟੀ ਜਿਹੀ ਦੋ ਇਹਨਾਂ ਨੇ ਆਪਣੇ ਤੇ ਜ਼ਿੰਮੇਵਾਰੀਆਂ ਲਾਈਆਂ ਸੀਗੀਆਂ, ਆਪਾਂ ਉਹ ਪੂਰੀਆਂ ਨਹੀਂ ਕਰ ਸਕੇ। ਪਰ ਅਲਹਮਦੁਲਿਲਾ ਆਪਣੇ ਕੋਲ ਬਹੁਤ ਕੁਝ ਹੈ। ਅੱਲਾ ਨੇ ਆਪਾਂ ਨੂੰ 2 ਬਾਣਾ ਜਿਤਾਇਆ ਹੈ, 4.5 ਸਾਲ। ਪਰ ਮੈਨੇ ਕਿਸੇ ਦਾ ਧੋਖਾ ਨਹੀਂ ਕੀਤਾ। 4.5 ਸਾਲ ਪੂਰੇ ਪੰਜਾਬ 'ਚ ਭੈਣ ਭਾਈ ਐਮਸੀ ਰਹਾਂਗੇ, ਆਪੋਜੀਸ਼ਨ 'ਚ। ਅਲਹਮਦੁਲਿਲਾ ਰੂਲਿੰਗ ਲਿਆਵੇ ਰੱਬ। ਸਾਨੂੰ ਐਸੀ ਗੱਲ ਕਰਾਂ, ਚਲੋ ਅੱਗੇ ਸਟੇਜਾਂ ਲੱਗਣਗੀਆਂ। ਮੇਰਾ ਭਾਈ ਉਹ ਪਿੱਠ ਦਿਖਾਉਣ ਵਾਲਾ ਕੰਮ ਨਾ ਕਰਿਓ, ਠੀਕ ਹੈ ਨਹੀਂ। ਸਾਰੇ ਮੇਰਾ ਭਾਈ ਖੁੱਲ੍ਹ ਕੇ ਮੰਤਰੀ ਸਾਹਿਬ ਦਾ ਸਾਥ ਦਿਓ, ਪਾਰਟੀ ਨਾਲ ਵਫਾਦਾਰੀ ਕਰਿਓ। ਜਿਹੜਾ ਵਫਾਦਾਰੀ ਕਰਦਾ ਹੈ ਉਹਦੀ ਇੱਜ਼ਤ ਸਦਾ ਬਾਹਰ ਰਹਿੰਦੀ ਹੈ। ਕਮੀਨਿਆਂ ਦੀ ਇੱਜ਼ਤ ਜਿਹੜੀ ਪਿੱਛੇ ਦੀ ਛੁਰਾ ਮਾਰਦੇ ਆ ਚਾਕੂਆਂ ਨਾਲ, ਉਹ ਕੁਝ ਟਾਈਮ ਲਈ ਹੁੰਦੇ ਨੇ ਔਰ ਰੱਬ ਉਹਨਾਂ ਨੂੰ ਜ਼ਲੀਲ ਕਰਦਾ ਹੈ। ਮੈਨੂੰ ਇਹ ਅਲਫਾਜ਼ ਕਹਿਣੇ ਨਹੀਂ ਚਾਹੀਦੇ, ਪਰ ਮੈਂ ਤੁਹਾਨੂੰ ਸਭ ਨੂੰ ਇਹੀ ਬੇਨਤੀ ਕਰਦਾ ਕਿ ਸਾਰੇ ਅੱਛੀ ਤਰ੍ਹਾਂ ਸਾਰੇ ਮਿਹਨਤ ਕਰਿਓ। ਅਸੀਂ ਫਿਰ ਕਹਿਤਾ ਮੰਤਰੀ ਸਾਹਿਬ ਇੱਕ ਉਂਗਲੀ ਬਣਾਉਣਗੇ, ਅਸੀਂ ਹੱਥ ਫੜਾਂਗੇ, ਪੂਰਾ ਇਹਨਾਂ ਦੇ ਨਾਲ ਚੱਲਾਂਗੇ ਜਿਵੇਂ ਲੋਕਾਂ ਦੇ ਨਾਲ ਵਫਾਦਾਰੀ ਕੀਤੀ ਹੈ। ਇਹਦਾ ਜੱਫੀ ਪਾਉਂਗੇ ਨਹੀਂ ਆਪਾਂ ਸਰ ਅਵੈਦ ਸਾਹਿਬ ਆਪਾਂ ਨੇ ਬਹੁਤ ਅੱਛਾ ਟਾਈਮ, ਰੱਬ ਨੇ ਬੁਰਾ ਟਾਈਮ ਵੀ ਦਿਖਾਇਆ। ਅੱਛਾ ਟਾਈਮ ਹੈ, ਪਾਰਟੀ ਕਿਸੇ ਨੂੰ ਟਿਕਟ ਦਿੰਦੀ ਹੈ, ਤੁਹਾਡਾ ਉਹ ਚਿਹਰਾ ਹੈ। ਆਪਾਂ ਨੂੰ ਕੋਈ ਕਿਸੇ ਨਾਲ ਗਿਲਾ ਸ਼ਿਕਵਾ ਨਹੀਂ, ਕਿਸੇ ਨਾਲ ਗਿਲਾ ਸ਼ਿਕਵਾ ਨਹੀਂ, ਕਿਸੇ ਨਾਲ। ਬਸ ਫਿਰ ਮੈਂ ਕਹਿਣਾ ਵੀ ਉਹ ਆ ਬੈਠੇ ਨੇ ਚੁੰਦਾ ਸਾਹਿਬ, ਇਹਨਾਂ ਨੇ ਮੇਰੀਆਂ 2 ਡਿਊਟੀਆਂ ਲਾਈਆਂ। ਮੈਂ ਕਿਹਾ ਜੀ ਮੈਂ ਇਹ ਪੂਰੀਆਂ ਨਹੀਂ ਕਰ ਸਕਦਾ। ਸਾਫ਼ ਜਵਾਬ ਹੈ ਮੇਰਾ, ਆਪਣੀ ਮਰਜ਼ੀ ਹੈ ਯਾਰ, ਛੋਟੀ ਜ਼ਿੰਦਗੀ ਹੈ, ਸ਼ਾਨ ਨਾਲ ਜੀ ਕੇ ਮਰੋ। ਕਲਾ ਇਹ ਚੀਜ਼ਾਂ ਦੇ ਨਾਲ ਬੰਦਾ ਝੁਕਣਾ ਨਹੀਂ ਚਾਹੀਦਾ। ਅਸੂਲਾਂ ਨਾਲ ਬੰਦਾ ਕੰਪਰੋਮਾਈਜ਼ ਨਾ ਕਰੇ। ਉਹ ਆਪਾਂ ਨੂੰ ਅੱਲਾ ਨੇ ਉਹੀ ਬਹੁਤ ਇੱਜ਼ਤ ਦਿੱਤੀ ਹੈ। ਜਿਹੜਾ ਉਹ ਕਹਿਣਾ ਉਹਦੀ ਕੋਠੀ ਤੇ ਸਾਰੀ ਖੰਭੇ ਰਾਜਾ ਐਮਸੀ ਖਲਾਉਂਦਾ, ਇਹੀ ਬਹੁਤ ਬੜੀ ਬਾਤ ਹੈ। ਇੱਕ ਲਫ਼ਜ਼ ਅਗਰ ਰਾਜਾ ਐਮਸੀ ਬੋਲਦਾ, ਅਲਹਮਦੁਲਿਲਾ 40-42 ਹਜ਼ਾਰ ਬੰਦਾ ਤੁਹਾਡੇ ਨਾਲ ਜੁੜਦਾ, ਥੋੜੀ ਬਾਤ ਹੈ ਯਾਰ। ਉਹ ਰਾਜਾ ਐਮਸੀ ਨੂੰ ਅੱਲਾ ਨੇ ਇੱਜ਼ਤ ਬਹੁਤ ਦਿੱਤੀ ਹੈ। ਅਲਹਮਦੁਲਿਲਾ ਇਹਨਾਂ ਦੇ ਨਾਲ ਲੱਗਾਂਗੇ, ਐਂ ਹੀ ਮਿਹਨਤ ਕਰਾਂਗੇ। ਬਾਕੀ ਭਾਈ ਕੋ ਮਾੜਾ ਲਫ਼ਜ਼ ਬੋਲਿਆ ਗਿਆ, ਮਾਫ ਕਰਿਓ, ਸ਼ੁਕਰੀਆ। ਜੱਫੀ ਪਾਓ ਜੀ, ਜੱਫੀ। ਵਿਚਾਰ ਦਿੱਤੇ ਸਾਡੇ ਸਾਕਬਲੀ ਰਾਜਾ ਜੀ ਨੇ। ਸੋ ਸਾਥੀਓ, ਪੰਡਾਲ ਦੇ ਵਿੱਚੋਂ ਬਾਰ-ਬਾਰ ਗੱਲ ਆ ਰਹੀ ਆ ਕਿ ਸਾਡਾ ਮੰਤਰੀ ਜਿਹੜਾ ਹੈਗਾ ਉਹ ਹਰ ਇੱਕ ਬੰਦੇ ਨੂੰ ਜੱਫੀ ਪਾ ਕੇ ਮਿਲਦਾ। ਤੁਸੀਂ ਇਸ ਦੀ ਤੁਲਨਾ ਕਰਨੀ ਆ ਕਿ ਆਲੇ-ਦਾਲੇ ਦੇ ਹੋਰ ਕੈਂਡੀਡੇਟ ਵੀ ਜੱਫੀ ਪਾਉਂਦੇ ਨੇ, ਉਹਨਾਂ ਨੂੰ ਗਰੀਬ ਚੋਂ ਮੁਸ਼ਕ ਆਉਂਦੀ ਆ। ਇਹ ਸਾਡੇ ਬੱਗਾ ਜੀ 'ਚ ਕੁਆਲਿਟੀ ਆ ਕਿ ਉਹ ਭੱਜ ਕੇ ਹਰ ਇੱਕ ਬੰਦੇ ਨੂੰ, ਮਜ਼ਦੂਰ ਨੂੰ, ਗਰੀਬ ਨੂੰ, ਕਿਸਾਨ ਨੂੰ ਜੱਫੀ ਪਾਉਂਦੇ ਨੇ। ਸੋ ਮੈਂ ਹੁਣ ਬੱਗਾ ਜੀ ਨੂੰ ਬੜੇ ਆਦਰ ਸਨਮਾਨ ਨਾਲ ਸਟੇਜ ਤੇ ਕਹਿਣਾ ਵੀ ਉਹ ਆਪਦੇ ਕੈਂਡੀਡੇਟ ਦੇ ਵਜੋਂ ਉਹ ਆਪਦੇ ਸ਼ਬਦ ਕਹਿਣ। ਬਿਸਮਿल्लाहिर्रहमानिर्रहीम। ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਇਕਬਾਲ ਸਿੰਘ ਚੁੰਦਾ ਜੀ, ਸਾਡੇ ਹਲਕੇ ਦੇ ਇੰਚਾਰਜ मोहम्मद अवैस जी, और हिंदू मुसलमान ईसाई दलित सारी मलेरकोटला नूं जो थोड़े गुलदस्ता बना के रखे इंशाअल्लाह इसी उम्मीद नाल कि असी कोई भी फिरका परासी वाली गल जेड़े लोग कहते हैं बंटवारे करते हैं, वो बंटवारे छड्ड के वो बंटवारे उन्होंने मुआ के रहन, आप अपनी भाईचारगी कायम रखिए। मैं बहुत ही इस गल का एहसानमंद है इकबाल सिंह चुंदा जी का और मोहम्मद अवैस जी का
ਇਹ ਇਲੈਕਸ਼ਨ ਵੀ ਜਿੰਨੀ ਸੰਗਤ ਬੈਠੀ ਹੈ ਔਰ ਵੈਸੇ ਖਾਸ ਤੌਰ 'ਤੇ ਇਲੈਕਸ਼ਨ ਹੀ ਤੁਹਾਡਾ ਹੀ ਨਾ ਚਲੋ ਇਨਸ਼ਾਅੱਲਾ ਕੋਈ ਅਸੀਂ ਦਿਨ 'ਚ ਬਾਅਦ ਅੱਜ ਤੱਕ ਨਾ ਆਈ ਹੈ ਨਾ ਆਊਗੀ। ਮੈਂ ਬਹੁਤ ਦਿਨ ਪਹਿਲਾਂ ਰਾਜ ਨੂੰ ਕਿਹਾ था कि राज जी ਤੁਸੀਂ ਕਰਨਾ ਦੇ ਕੱਚੇ ਹੋ, ਮੈਂ ਕਰਨਾ ਪੱਕਾ ਹੈ, ਬਾਹੀ ਫਰਕ ਹੈ। ਇਸ ਕਰਕੇ ਸ਼ਹਿਰ ਦੇ ਵਿੱਚ ਅਲਹਮਦੁਲਿਲਾ ਆਪਾਂ ਸਾਰਾ ਪੈਦਾ ਹੋਏ। ਉਬੈਦ ਜੀ ਦਾ ਵੀ ਜਨਮ ਇੱਥੇ ਹੈ, ਮੇਰਾ ਵੀ ਇੱਥੇ ਹੈ, ਸਾਰੀ ਜ਼ਿੰਦਗੀ ਇਕੱਠੇ ਰਹੇ, इसे जगह पढ़े, इसे जगह खेले, इसे शहर विच खुदाबंद करीम ने MLA बनाया, मिनिस्टर बनाया और 19 साल के करीब हो गए। जो पार्टी ने फैसला कर लिया और वो लब्बैक के है हाजिर है। चौधरी अब्दुल गफार ਨੂੰ टिकट दिता 2007 ਦੇ ਵਿੱਚ ਅਸੀਂ ਮੂਹਰੇ ਹੋ ਕੇ ਲੜੇ और सानू बाद कहने लगे कि पंजा दिखाई जाता पंजा कि इन्हें इलेक्शन हराया। पंजे सारी खड़े कहते लेकिन वो पंजा यही कहते रहे कि जी पंजा दिखाया, ये कहते पंजे ने वोट पाओ। मैनू ढींडसा साहब कहते कि थोने यही गल कही है, मैं थोने यकीन है कि नहीं, मैं बस ये इल्ज़ाम तराशियां लगते रहनी है, लेकिन पार्टी नाल गद्दारी नहीं की, ना कदे सोचा। उस तो बाद आलम साहब 2010 च लेके आ गए, मैं उस टाइम ही लड़िया, मैं कहा ये की हो रहा है। ढींडसा साहब ने कहा कि की हो रहा है, सानू बनाओ चेयरमैन, असी नारे मारने गली मारने फिरदे, जो ड्यूटी लाती जिथे लाती, चाहे पंजाब चाहे पंजाब तो बाहर दिल्ली तक चूंदा साहब बैठे हैं, कदे पार्टी नू पिट दिखाई होगी, हमेशा नारे। फिर उबैद जी नू टिकट मिलिया, मैनू कहते चलो, मैं क्या मेरे तो छोटे भाई हैं, भज के आए, भज के मूहरे खड़े थे और अपना इलेक्शन समझ लड़े। बहुत लोग कहते कि मंत्री जी बहुत तपस्या की है, बहुत उन्हें इन्नी लंबी तपस्या मैं नहीं, मैं ਉਹਦਾ फैसला मानना, तपस्या कोई नहीं, ਅਸੀਂ तपस्या किसों कर लांगे, ये उस परवरदिगार ਦਾ हुक्म है ਜਿਹਨੂੰ मिलना है। मैं हमेशा मैंने इस गल बहुत बदनाम है कि जा कहते मत्थे च कहते हैं। उबैद जी ने मैनू कहा मैंने कि भाई तुम आ कहने, मैं बिल्कुल ये खुदाबंद करीम का कर्म है, ये मैं नहीं, सारे आप दिल च तहिया करिए कि जो करते हैं अल्लाह करते हैं। बेशक इंसान की मेहनत होती है, मेहनत सारी करते हैं, मेहनत कौन नहीं करता, पर मत्थे दी लकीरां उस परबत दी आने नहीं है। एक छोटा वाकया है, अजीत सिंह चंदूराया 180 वोट भरे थे, वो हरमदवाल असी उधर इलेक्शन जा रहे थे ना, सॉरी टूर्नामेंट च नाल चंदूराया जी, चौधरी अब्दुल गफार, परमिंदर ढींडसा, मैं चारों ही कॉलेज जा रहे थे। मैनू कहते परमिंदर ढींडसा कहते मंत्री थोड़े पकड़ नहीं की हल्के, मैं की गल होगी, क्या कैबिनेट मिनिस्टर थे, तुम सब पकड़ कर लेंदे। मैं कहा पकड़ का मतलब की है, मेहनत की, प्यार किया, कम किया, नहीं मुकदर च हरे हर गए इलेक्शन कोई नहीं। मैनू कहते कितने 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 घुमे, मैं कहा जी मैं 2 मरतबा अरब गया मिनिस्ट्री च, उमरा किया, हज किया, फिर उस बाद इंग्लैंड गया मैं, उत्थे नैशनल गेमां हुई वो हुई, फिर उत्थे वर्ल्ड कप होया, इंग्लैंड गया। मैं कहा कोई जगह नहीं, मैं हुण होया, मैं नैशनल गेमां सी रही थी उत्थे, नहीं लुधियाने भी थी, आनंदपुर साहब, उत्थे मैं कहा रोज़ आना हैलीकॉप्टर जाते थे, बाल साहब का फोन आ जाता, कदे ढींडसा था कि जी आओ चलिए, मैं कहा सब नसीबों का खेल है। आज 24 साल मैं पूछो कदे बैठे नाल बैठ दे, कदे नहीं बैठे, मेरा नसीबा ही नहीं था, ये सब नसीबों का खेल है। हुण अलहमदुलिल्लाह उबैद साहब नूं कौन नहीं जानता, ਕਿਹੜੇ ਮਨੂਜਿੰਗ ਹੈ, ਆਪਾਂ ਗਿਣਤੀ ਨਹੀਂ ਕਰ ਸਕਦੇ ਇੰਨੇ ਵਾਰੀ ਜਹਾਜ਼ ਚੜੇ ਹੋਣਗੇ। ਇਹ ਤਕਦੀਰ ਹੈ, ਹੋਰ ਵੀ ਭਾਈ ਹੈ, ਹੋਰ ਵੀ ਬਰਾਦਰੀ ਹੈ, ਹੋਰ ਵੀ ਸ਼ਹਿਰ ਵਸਦੇ ਹੈ, ਇਹ ਨਸੀਬ ਅੱਲਾ ਨੇ ਇਸੇ ਲਿਖੇ, ਪੈਦਾ ਹੋਣ ਤੋਂ ਪਹਿਲਾਂ ਲਿਖੇ ਜਾਂਦੇ ਹੈ। ਕਿੰਨੇ ਮਰਹਲੇ ਆਏ,
प्रधान जी कहने लगे कि जी टिकट बिल्कुल 100% कट गया था। मैं फिर मत्थे हथ रखा, मैं इत्थे मिले उबैद जी 1 मिनट कि भाई थोड़ा अलहमदुलिल्लाह ये कोई गल नहीं, असी शिकवे शिकायतां करी जाइए कोई फायदा नहीं है। इतफाक दे नाल बिल्कुल अपने बरक्स जिहड़ा कैंडिडेट है पुलिस वाला ओदा इन्ना विरोध है कि दस नहीं सकते। ये विरोध अज का नहीं है, जो 2002 च जितया उस तो बाद 2007 तक उन्हें यही हाल किया था। इस तरह लोगों को जलील किया। उस वक्त जड़े ने उन्होंने जफियां पाई थी, जलील उस टाइम भी किया। ये उहदी किस्मत, मैं उन्होंने कहा किस्मत का खेल है। मैं कही अपने मंत्री जी आ बैठे हैं मुरे अजीत सिंह जदोइया, ये हुण सोची जाएंगे कि जे मैंने 180 पैसे मैंने ला ही सोची जाएंगे। मैंने क्या ये गड्डी च गया मैंने, वो कहते एक बार फिर जमावांगे। मैं जब मर्जी मारियो असीं इंशाअल्लाह मैदान च खड़ा हमेशा उन्होंने कहते रहे, ये तकदीर है। इस करके खुदा दा बड़ा अपने फजल है, अपने एहसान है। अकाली अज BSP अपने बहुत बड़ा एहसान है कि शहर दे विच हिंदू उस पुलिस के खिलाफ, मुसलमान खिलाफ, सिख खिलाफ, पिंडा के खिलाफ, शहर के खिलाफ, सारे खिलाफ जा रहे हैं। ये बददुआ करो अल्लाह आपको बुरी नजर तो बचावे, बस आमीन, बुरी नजर तो बचावे। और एदा जिसका कहा कि टट्टू पार कर दिए ना, भेज दिए सहारनपुर मुड़ के इंशाअल्लाह नजर नहीं आओ। याद रखियो हुण थोड़े को इन्ना सुनहरी मौका है इंशाअल्लाह। एदे कोल बैठन वाले भी जेड़े लोग एदे कोल बैठे हैं ना, इंशाअल्लाह वो वोट भी इस सुरत पाउणगे, चोरी से तकड़ी पाउणगे इंशाअल्लाह। मैं शब्द कहना इनके जेड़ी स्टेज इन्हें सरंदीगढ़ लाई थी वो फर्क नजर आया था। असी स्टेज कह बैठे कि इन्हें 2 स्टेजा ला लिया, वो कह बैठे क्योंकि असी प्रेस कानफ्रेंस कर बैठे, प्रेस कानफ्रेंस कहता सी कि 2 स्टेजा नहीं है, वो उस दिन छड़ गया 1 स्टेज बना गया। एक नहीं जे ना कहते वो अपनी हरकत करता रहना, ਉਹਦੀ ਹਰਕਤਾਂ ਦੇ ਲੋ ਕੱਲਾ ਕੱਲਾ ਕੀ ਉਹਨੇ ਕਿਹਾ ਕਿ ਮੇਰੀ ਆ ਪਿੱਛੇ ਉਂਗਲੀ ਕਰ ਲੈਂਦਾ ਆ ਦੇਖੋ ਮੇਰੀ ਸੋਚ ਆ ਮੇਰੀ ਤਾਕਤ ਖੁਦਾ ਇਹ ਕਹਿੰਦਾ ਰੱਬ ਨਾਲ ਮਿਲ ਗਈ ਵਨ ਔਜ਼ਬਿਲਾ ਅੱਲਾ ਨੇ ਉਹਨੂੰ ਆਪਣੇ ਆਪ ਪਾਗਲ ਕਰਦਾ ਪਾਗਲ ਉਹ ਪੂਰਾ ਪਰੇਸ਼ਾਨ ਹੈ ਇਸ ਟਾਈਮ ਪੂਰਾ ਹੱਕ ਗੰਨਾ ਇਸ ਮਾਂ ਕਰੂ ਲੇਕਿਨ ਆ ਜਿਹੜਾ ਪਰਿਵਾਰ ਬੈਠਾ ਸ਼੍ਰੋਮਣੀ ਅਕਾਲੀ ਦਾ BSP ਦਾ ਪਰਿਵਾਰ ਆਪਾਂ ਉਸ ਪਰਬਦੀਆ ਦਾ ਅਹਿਸਾਨ ਮੰਨੀਏ ਕਿ 20 ਸਾਲ 19 ਸਾਲ ਦੀਆਂ ਹਰਕਤਾਂ ਦੇਖ ਕੇ ਉਸ ਬੰਦੇ ਦੇ ਹਰ ਬੰਦਾ ਖਿਲਾਫ ਕਰ ਦਿੰਦਾ। ਇਹ ਸਾਡੇ ਪਰ ਅਹਿਸਾਨ ਹੈ, ਉਸ ਖੁਦਾਬੰਦੀ ਦਾ ਸਾਡੇ ਪਰ ਅਹਿਸਾਨ ਹੈ। इंशाल्लाह 100% चोरी च अवैध मेरी सीट चोरी हो इंशाल्लाह बिल्कुल कोई दिमाग फर्क नहीं। उस टाइम भी इन्हें पहला ही मैनू कि भाई तुसी मुरे होवोगे इन्हें जुबान थी अल्लाह ने वो किस तरह किया ये खुदा जानते। इस करके श्रोमणी अकाली दल BSP की यह भी दुआ करो नाल कि अल्लाह सरकार बनावे। मीडिया का लोगों का अंदाजे होंगे अंदाजे हर अंदाजा नवा बंदा हम सानू पूछा कि सीट की हो जी हम 2.5 लाख वोट है कौन दस दूगा। एक समीकरण कहने कोई अंदाजे कहने वो करने पैंदे हैं एक सोर्सिज है। लेकिन यही मेरी गुजारिश है कि इतफाक दे नाल इंशाल्लाह जिन्नी इज्जत की पहला मैंने मैं जिस गल च बदनाम जफी पहुंच बदनाम उन तो राज इंशाल्लाह बद के जफे पाऊंगा इंशाल्लाह। अल्लाह का फजल बना लग गया पता मैनू कि ये मोहब्बत का यही नाम मिलता है कहने नाल पप्पी भी जो चला लिया करेंगे पांजा की जांदा पूरे साडे है नहीं साजी साहब दा साडे साजी साहब राइटर है। ये जब मैनू क्या ना मिनिस्ट्री कई लोग कहते जफ्फियां पप्पियां पाने और इसी के दारुस्तान इकट्ठे हो गए। फिर मैंने जफ्फी पाई जफ्फी पा के मैं पप्पी लद्दी मैं हुन लिखियो मैं कहा जी हुन लिखियो कहना बदनाम कर क्या कहियो कि साजिद मियां ने आ वाकया होया। इस करके कोई घबराने की लोड़ इंशाल्लाह। ये इलेक्शन ही उबैद साहब का मेरा नहीं है। ये नोट रखियो मैं नहीं इलेक्शन लड़ रहा ये उबैद साहब इलेक्शन लड़ रहे हैं। मैं कसम खानू तैयार है
1% दिमाग च नहीं है। बेशक अल्लाह ने हालात बनाए हैं, ये मेरे मुकद्दर करके बनाए थे। किसी वर्ग नूं उस बंदे को घबराने की लोड़ नहीं है। 307 का पर्चा राजे भी दर्ज है, कोई डर राजे तेरी लोड़ नहीं होनी रहना। अल्लाह दे फजल करो तेरा डर कढ़ देंगे इंशाअल्लाह, बिल्कुल नहीं डरना। असीं तेरे नाल है राजे, भाइयां छोटा साढ़ा भाइयां सी गल इंशाअल्लाह। ਸਾਡੀ ਬੱਚੀ ਦੇ इस करके पर्चा समा नूं तंग करे पिया, ਮੇਰੇ ਤੇ ਮੈਂ ਜੇਲ੍ਹ ਗਿਆ। ਸਮਾਂ ਨੂੰ ਤੰਗ ਕੀਤਾ। ਮੈਂ ਆਈ ਨਹੀਂ ਆਈਡੀਆ ਜੀ ਉਹਦੇ ਕਿਵੇਂ ਬੋਲਿਆ ਉਹ, ਤੇ ਡਰਦੇ ਨਹੀਂ ਯਾਰ। ਆਪਾਂ ਦਾ ਪਠਾਨ ਦਾ ਖੂਨ ਹੈ, ਤੂੰ ਐਵੇਂ ਗੁੱਸੇ ਹੋ ਜਾਂਦਾ ਯਾਰ, ਡਰਿਆ ਨਾ ਨਹੀਂ ਨਹੀਂ ਡਰੇ ਮੈਂ ਜੇਲ੍ਹ ਨਹੀਂ ਨਹੀਂ ਅਸੀਂ ਇਸ ਕਰਕੇ ਨਾ ਅੰਦਰ ਤਾਂ ਨਹੀਂ ਗਿਆ ਤਾਂ 5-10 ਦਿਨ ਆਏ ਅੰਦਰ। ਡਰ ਨਹੀਂ ਤਾਂ ਆਪਾਂ ਕਿਉਂ ਸੁਣਾਈਏ, ਆਪਾਂ ਨੇ ਸੁਣਾਉਣਾ ਨਹੀਂ ਹੈ, ਕੰਮ ਕਰਾਂ ਇਨਸ਼ਾਅੱਲਾ। ਉਹ ਪਾਰਟੀ ਪਿੱਛੇ 10 ਦਿਨ ਲਾਇਆ ਤਾਂ ਸੀ। ਜਾਣ ਪਈ ਬਰਗਰਾਂ ਜਾਣ ਤਾਂ ਸਾਰੇ ਸ਼ਹਿਰ ਜਾਣ ਪੈਗੀ। ਇਸ ਕਰਕੇ ਇਨਸ਼ਾਅੱਲਾ ਅੱਲਾਹ ਆਪਾਂ ਨੂੰ ਇੱਜ਼ਤ ਬਖਸ਼ੂ, ਅੱਲਾਹ ਤਾਕਤ ਬਖਸ਼ੂ ਇਨਸ਼ਾਅੱਲਾ। ਪਰ ਇਹ ਤੂੰ ਯਕੀਨ ਕਰਨਾ ਡਰ ਨਹੀਂ ਲੋੜ ਨਹੀਂ। ਫੈਡਰੇਸ਼ਨ ਵਾਲੇ ਆਪਣੇ ਵਸੀਮ ਨੂੰ ਸਾਰੇ ਪਰਚੇ ਨਾ ਹੋਇਆ ਵਿਚਾਰਿਆਂ ਪਰ। ਆ ਮੁਬੀਨ ਹੋ ਕੇ ਅਕਸਰ ਦੱਸਦੇ ਉਹ ਅਗਰ ਇਹ ਹੋ ਜਾਂਦੇ ਘਬਰਾਉਣ ਦੀ ਲੋੜ ਨਹੀਂ ਹੁੰਦੀ। ਅੱਲਾਹ ਆਪਾਂ ਨੂੰ ਤਾਕਤ ਬਖਸ਼ੇ, ਇਹ ਪਰਚੇ ਨੂੰ ਸਿਖਾ ਦੇਗਾ ਇਨਸ਼ਾਅੱਲਾ। ਇਹੀ ਆਵਾਮ ਸਿਖਾਊ ਮੇਰੇ ਕੋਲ ਇਨਸ਼ਾਅੱਲਾ ਕਿ ਮੈਨੇ ਨੂੰ ਜਿੰਨਾ ਜ਼ਲੀਲ ਕੀਤਾ ਹੈ ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਬੱਚਿਆਂ ਨੂੰ, ਬੱਚੀਆਂ ਤੱਕ। ਉਹ ਉਸ ਟਾਈਮ ਗਾਣਾ ਚਲੇ ਨਾਚ ਮੇਰੀ ਬੁਲਬੁਲ ਕਿ ਪੈਸਾ ਮਿਲੇਗਾ, ਇੱਥੇ ਇਹਦਾ ਉਹਨੇ ਹਮਲਾ ਕੀਤੀ ਹੋਈ ਹੈ। ਯਕੀਨ ਜਾਣਿਓ ਉਹਦੇ ਕੋਲ ਬੈਠਣ ਵਾਲੇ ਬੋਰਡ ਨੂੰ ਬਣਾ ਲਈ ਆਪਾਂ ਨੂੰ ਪਾਉਣਗੇ ਇਨਸ਼ਾਅੱਲਾ। ਉਹਦੇ ਕੋਲ ਬੈਠਣ ਵਾਲੇ ਜੇ ਨਾ ਬੋਰਡ ਜੋ ਮਰਜ਼ੀ ਕਰੇ। ਇਸ ਕਰਕੇ ਇਹ ਕਰਮ ਉਹਦਾ, ਇਹ ਮੇਰਾ ਕਮਾਲ ਨਹੀਂ ਕਿਸੇ ਦਾ, ਤੁਹਾਡਾ ਨਾ ਮੇਰਾ। ਇਹਨਾਂ ਦੀ ਬੜਿਆਂ ਦੀ ਰਹਿਨੁਮਾਈ ਹੈ, ਇਕਬਾਲ ਸਿੰਘ ਚੁੰਦਾ ਜੀ ਦੀ, ਉਵੈਸ ਮੀਆਂ ਦੀ ਛੋਟੇ ਭਾਈ ਹੈ, ਇਹਨਾਂ ਦੀ ਮਿਹਰਬਾਨੀ ਨੇ ਦੇਖਿਆ ਕਿ ਜੀ 20-22 ਸਾਲ ਹੋਏ ਫਿਰਦੇ ਆ, ਬਾਈ ਨੂੰ ਵੀ ਕਰੋ। ਇਸ ਕਰਕੇ ਮੈਂ ਸਾਰਿਆਂ ਬਹੁਤ ਸ਼ੁਕਰਗੁਜ਼ਾਰ ਹਾਂ। ਇਨਸ਼ਾਅੱਲਾ ਤੁਹਾਨੂੰ 1% ਵੀ ਸ਼ਿਕਾਇਤ ਨਹੀਂ ਹੋਣ ਦੂੰਗਾ ਇਨਸ਼ਾਅੱਲਾ। ਖਾਸ ਤੌਰ ਪਰ ਪ੍ਰੈਸ ਕਲੱਬ ਬੰਦ ਨਹੀਂ ਬਣਨਾ ਇਨਸ਼ਾਅੱਲਾ। ਜਿੱਥੇ ਕਹੋਗੇ ਲੱਜਾ ਬਣਾਵਾਂਗੇ। ਪ੍ਰਧਾਨ ਜੀ ਬੈਠੇ ਸਾਡੇ ਚੂਨਾ ਸਾਹਿਬ, ਜਿੱਥੇ ਕਹੋਗੇ ਇਨਸ਼ਾਅੱਲਾ ਇਕੱਠੇ ਹੋ ਕੇ ਇਹਨਾਂ ਦੀ ਰਹਿਨੁਮਾਈ 'ਚ ਆਪਾਂ ਮਲੇਰਕੋਟਲਾ ਇਨਸ਼ਾਅੱਲਾ ਪੂਰਾ ਚਲਾਵਾਂਗੇ ਇਨਸ਼ਾਅੱਲਾ। बहुत मेरे तो भी कोई गलती करेगा, मैं माफ़ी चाहूँगा। बहुत बहुत शुक्रिया सारे माशाल्लाह पत्रकार का बहुत ही प्यारे है जी, जेडे ओदा उजाड़ा पाउन लगे हैं पुलिस यही पाउंदे। बहुत बहुत शुक्रिया। वाहिगुरू खालसा वाहिगुरू हार विच बैठे मेरे साथियों, बग्गा जी ने हार विच बढ़न तो पहला मैनू हुक्म किया कि हर एक बंदा जिहड़ा साडी सीट ते विराजमान है, किसी का विशेष नाम ना लिया जाए, वो साडा कप्तान है, वो अपने महल्ले का कप्तान है, वो अपने शहर का, अपने पिंड का, अपने घर का हर बंदा जिहड़ा है ना कप्तान है। किसी का स्पेसिफिक नाम ना लिया जाए, हर एक साडा कप्तान है। इत्थे जिहड़ी है साडी सांझी लड़ाई है। सो मैं हुण साडे जिला कप्तान जी हुण मैं अगर कर हाँ जी हुण मैं बेनती करूंगा साडे सरपरस्त इस शहर की शान, इस शहर की शान मोहम्मद अवैस साहब नूं बेनती करूंगा कि ओह साडी कप्तानी करन ते सानू सेध देन, अपने तजर्बे तो सानू ओह करन, क्योंकि असीं सारे स्टेज तो लैके थल्ले तक सारे अनजान पार्टी बैठे। तो मैं बहुत ही आदर सम्मान नाल बेनती करदा अवैस साहब नूं, मोहम्मद अवैस जिंदाबाद, मोहम्मद अवैस
ਸ਼੍ਰੋਮਣੀ ਅਕਾਲੀ ਦਲ ਕਾਬਲੇ एहतराम मेरे वीर इकबाल सिंह जी, श्रोमणी अकाली दल के सारे अहुदेदारां जोड़े मौजूद हैं, बहुजन समाज पार्टी के मेरे वीर, मैं थोड़ा दिलों उरे आउण ते इस महफिल की रौनक बढ़ाने वास्ते साडा साथ देने वास्ते थोड़ा बहुत दिलों धन्यवाद करदा। धन्यवाद मैं करदा जिन्ने प्रेस के हजरात उरे मौजूद हैं, बहुत बहुत थोड़ा शुक्रिया। सारे हजरात जोड़े इस वेले उरे मौजूद हैं, मैं थोड़ा सब का दिलों धन्यवाद करदा ते अस्सलाम वालेकुम रहमतुल्लाहि व बरकातुहू कहना। सियासत मैनू नहीं पता सियासत का की मतलब है। मैं सियासत का मतलब एक समझदा कि जो कुछ बंदा उरे करूगा कल नूं रब दे बुरे जाके जवाब देना है। ये सियासत है। इनू चाहे कोई बंदा समझ लवे चाहे ना समझे। जो भी मैं इस सियासत कदम रखे है तो बिल्कुल रब गवाह है, मेरा मकसद पता की है, सिर्फ ਇਹਦਾ हक अदा हो जाए कि रब जो भी बंदे नूं रिस्पॉन्सिबिलिटी दिंदा है ਉਹਦਾ हक अदा करे। रब नूं हाज़र नाज़र जान के कि जो मैं कर रहा मैंने एक दिन जाके रब दे मूहरे खड़ा होना। जिवें राजा जी कह रहे थे कल्ला सी मैं, रब दे मूहरे तो राजे कल्ला ही खड़ा होना भाई जाके, उत्थे कोई साथ नहीं दूगा, उत्थे कोई नहीं, कल्ला रब होऊगा, बंदा होऊगा। हुण बंदा जिन्ने मर्जी हले विचोले कर लवे, जो मर्जी प्लानिंगां कर लवे, पर अंत एक समय रब दे मूहरे रब होऊगा और बंदा होऊगा, कोई नहीं होगा। क्योंकि आपां की करदे हां, प्लानिंग ये करदे हां कि जिहड़ी जिंदगी है जिवें मर्जी हथकंडे आपां अपनाइए, हथकंडे अपना के पूरी इलैक्शन पर फोकस करिए। हर बंदे नूं किसी ना किसी तरीके सिर जो बंदा है जिन्होंने प्यार नाल, मुहब्बत नाल, डर नाल धमका के सारी जिहड़ी प्लानिंग है आपां इलैक्शन ते कर दईए। इलैक्शन जितन तो बाद फिर बिल्कुल रिलैक्स हो जाइए। ਇਹਦਾ ਇਹ मतलब नहीं हैगा। कुछ लोग ਜਿਹੜੇ इलैक्शन जितन च एक्सपर्ट हैं, पर मैं रब दा दुआ करदा कि अपनी जिम्मेवारी निभाउण च भी एक्सपर्ट होंदे, उत्थे बंदे मार खा गए आके। और इंशाअल्लाह ताला अल्लाह की ज़ात तो उम्मीद है इस बार असीं जितांगे और असीं दिखावांगे कि जिहड़ी जिम्मेवारी रब साडे ते पाऊगा असीं किन्ने उहनूं सुचੱਜੇ ढंग नाल निभा के दिखावांगे रब की मेहरबानी नाल। ठीक है जी। जो भी बंदे नूं कोई भी रुतबा मिलता है वो बहुत बड़ी प्रीख्या होंदी है। वो ये ना समझे मैनूं जोड़ा भी उहदा मिले है, जो भी रुतबा मिले है मैंने इत्थे आके इहदा दुरुपयोग करना है। एक एक गल की रब के मूहरे खड़े होकर जाके जवाब देना पऊगा। एक गल पक्की है, साडे नबी ने कहा है, साडे रब ने कहा है पूरा। चाहे गल नूं तुसीं लाइटली ले लो, चाहे तुसीं भाई की तैयारी कर लो। तो इस चीज़ को मद्देनज़र रखते हुए मैं तुहानूं कहना चाहना कि साडी पार्टी ने बहुत ही सोच समझ के नुसरत इकराम जी नूं चुनिया। और मैं यही बेनती इन्हों करूँगा कि रब तुहानूं ताकत बख्शूगा। उत्थे थोड़ा साने कोई साथ नहीं देना, उरे थोड़ा साथ दे सकते हैं। उरे थोड़े बराबर जिथे कहोगे असीं थोड़े नाल जावांगे, जो भी बंदा साडे कोल होऊगा असीं करांगे। पर तुसीं अपने काम दा रब दे मूहरे जाके आप जवाब देना है। उत्थे असीं थोड़े मूहरे बिल्कुल थोड़ा साथ नहीं देवांगे, असीं थोड़े साथ देवांगे, इस इलैक्शन च साथ देवांगे। और यही मैं रब भी सुन रहा इस टाइम, तुसीं भी सुन रहे हो, मैं भी सुन रहा। मैं एक बहुत ही एतमाद नाल, बहुत ही उम्मीद नाल ये थोड़े झोली च पाउणा इंशाअल्लाह ताला। रब की उम्मीद करदा कि तुसीं इस चीज़ नूं बहुत ही अच्छे तरीके नाल इहनूं निभाओगे और आपां दुनिया 'च भी जित हासिल करांगे और आखिरत 'च भी असीं जित हासिल करांगे। इकबाल साहब मेरे बहुत ही प्यारे वीर हैं, ये हमेशा ही सरप्रस्त मेरे गुरु जी ने ये, और मैंने इन्हां कोलों बहुत सीखिया है। और मैं उम्मीद करदा कि इकबाल साहब असीं तुहानूं ये सीट जित के देवांगे। और सुखबीर सिंह जी बादल जी का मैं धन्यवाद करदा जिन्हां ने साडी ये बेनती नूं स्वीकार किया है। और हुण देखो, हुण जे आपां शहर की सूरत हाल देखिए, जिहड़ा पिछला समा बीत चुकिया वो देख लो, ਉਹਦੇ बारे तुहानूं कोई
ਦੱਸਣ ਦੀ ਲੋੜ ਨਹੀਂ, ਤੁਸੀਂ ਤਾਂ ਮੇਰੇ ਤੋਂ ਵੀ ਜ਼ਿਆਦਾ ਸ਼ਹਿਰ ਦੇ ਵਿੱਚ ਰਹਿੰਦੇ ਹੋ। ਪਰ ਮੈਂ ਇਹ ਮੇਰੀ ਦਿਲੀ ਖੁਆਇਸ਼ ਹੈ ਕਿ ਰੱਬ ਅਗਰ ਕਿਸੇ ਨੂੰ ਉਹਦਾ ਦਵੇ ਤਾਂ ਯਾਰ ਕੁਝ ਹੱਕ ਨਿਭਾਵੇ, ਕੁਝ ਤਾਂ ਨਿਭਾਵੇ। ਲੇਕਿਨ ਚਲੋ ਖੈਰ, ਮੈਂ ਤਾਂ ਇਹ ਕਹਿਣਾ ਰੱਬ ਉਹਨਾਂ ਨੂੰ ਤਾਕਤ ਬਖਸ਼ੇ, ਜਿਹੜਾ ਕਿ ਸਮਾਂ ਬਚਿਆ ਹੈ ਉਹ ਚੰਗੇ ਤਰੀਕੇ ਨਾਲ ਕਹਿੰਦੇ ਹੁੰਦੇ ਨਾ ਕੁਛ ਨਾ ਕੁਛ ਕਰ ਜਾਣ, ਕਿਉਂਕਿ ਅਗਲਾ ਸਮਾਂ ਜਿਹੜਾ ਹੈ ਨਾ ਉਹ ਸਾਡਾ ਹੀ ਹੈ ਇਨਸ਼ਾਅੱਲਾ। ਫਿਰ ਅਸੀਂ ਚਲਾ ਤੁਹਾਨੂੰ ਸ਼ਹਿਰ ਵਾਸੀਆਂ ਨੂੰ ਤੁਹਾਡੇ ਮਾਧਿਅਮ ਨਾਲ ਗੱਲ ਪਹੁੰਚੂਗੀ, ਇਨਸ਼ਾਅੱਲਾ ਸਾਨੂੰ ਮੌਕਾ ਦੇਊਗਾ ਰੱਬ, ਔਰ ਅਸੀਂ ਹਰ ਗੱਲ ਦੇ ਰੱਬ ਦੇ ਮੂਹਰੇ ਵੀ ਦੇਣਦਾਰ ਹੋਵਾਂਗੇ, ਬੰਦਿਆਂ ਮੂਹਰੇ ਵੀ ਦੇਣਦਾਰ ਹੋਵਾਂਗੇ, ਤੇ ਕੰਮ ਕਰਕੇ ਦਿਖਾਵਾਂਗੇ। ਪਰਸਨਲੀ ਮੈਂ ਆਪਣੀ ਜ਼ਾਤ ਦੀ ਗਰੰਟੀ ਲੈਂਦਾ ਇਸ ਵਾਸਤੇ, ਔਰ ਸਾਰੀ ਗੱਲਬਾਤ ਸੁਣੀ ਜਾਓ। ਔਰ ਇਸ ਦੁਆ ਨਾਲ ਤੁਹਾਡੇ ਸਭ ਦੇ ਉਰੇ ਆਉਣ ਪਰ ਮੈਂ ਬਹੁਤ ਤੁਹਾਡੇ ਦਿਲੋਂ ਧੰਨਵਾਦ ਕਰਦਾ, ਔਰ ਰੱਬ ਤੋਂ ਦੁਆ ਕਰਦਾ ਰੱਬ ਤੁਹਾਡੀ ਜ਼ਿੰਦਗੀ 'ਚ ਬਹੁਤ ਸਾਰੀਆਂ ਤਰੱਕੀਆਂ ਲਿਖੇ, ਬਹੁਤ ਸਾਰੀ ਕਾਮਯਾਬੀ ਲਿਖੇ। ਆਮੀਨ। अस्सलाम वालेकुम रहमतुल्लाहि व बरकातुहू। बहुत धन्यवाद अवैध जी का। हुण मैं पंडाल विच हर एक बंदे का स्टेज वालों लीडरशिप वालों कोटि कोटि धन्यवाद करते हैं। हुण मैं साडे कप्तान जिला कप्तान सरदार इकबाल सिंह झुंदा जिहड़े कि साडे टिकट नूं बहुत ही सुचज्जे ढंग नाल नापदे होए शहर दी उस इकाई ते जाके खड़े जब फैसला करिया जिहड़ा पंडाल चों पिछली लाइन 'च खड़ा सी, उस पिछली लाइन तो राय लैके इन्हां ने फैसला करिया। सो धन्नवादी हां असीं इन्हां दे कप्तान जिला। परम सत्कारयोग साडे वीर अवैध साहब, साडे श्रोमणी अकाली दल के उम्मीदवार बग्गा जी नुसरत इकराम बग्गा जी, स्टेज ते शोभत सेके साहब, साडे दोनों सर्कलों के प्रधान साहबान, शहरी प्रधान साहबान, सारी प्रैस, BSP के साडे प्रधान, BSP और श्रोमणी अकाली दल के सारे हमदर्द आगू और वर्कर साहबान, राजा जी, सारी सीनियर लीडरशिप, सारिਆਂ ਨੂੰ फतेह अर्ज करदा। वाहिगुरू जी का खालसा, वाहिगुरू जी की फतेह। अस्सलाम वालेकुम, नमस्कार। सो सब तो पहला ਤਾਂ ਤੁਹਾਡਾ ਵੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਬੜੇ ਚਾਅ ਨਾਲ, ਬੜੇ ਹੌਸਲੇ ਨਾਲ ਅਵੈਧ ਸਾਹਿਬ ਨੂੰ ਔਰ ਮਾਨਯੋਗ ਬੱਗਾ ਸਾਹਿਬ ਨੂੰ ਹੌਸਲਾ ਅਫਜ਼ਾਈ ਕਰਨ ਲਈ ਆਪਾਂ ਇੱਥੇ ਹਾਜ਼ਰ ਹੋਏ ਹਾਂ। ਚੋਣ ਪਰਸੋਂ ਉਮੀਦਵਾਰ ਦਾ ਐਲਾਨ ਹੋਇਆ ਦੁਪਹਿਰ ਤੋਂ ਬਾਅਦ, ਔਰ ਅੱਜ ਮੁਹੰਮਦ ਅਵੈਧ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਮੀਟਿੰਗ ਆ ਜਿਹੜੀ ਆਯੋਜਨ ਕੀਤੀ ਗਈ। ਸੋ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਔਰ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਕਿ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਦੋਂ ਵੀ ਕਿਸੇ ਵੀ ਵਿਅਕਤੀ ਨੂੰ ਟਿਕਟ ਮਿਲਦਾ ਰਾਜਨੀਤਿਕ ਖੇਤਰ ਵਿੱਚ ਕਿਸੇ ਵੀ ਪਾਰਟੀ ਦਾ ਹੋਵੇ, ਕਿਤੇ ਨਾ ਕਿਤੇ 2%, 1%, 4%, 10%, ਕਿਤੇ ਨਾ ਕਿਤੇ ਕੋਈ ਕੜੱਤਣ, ਕਿਤੇ ਨਾ ਕਿਤੇ ਕੋਈ ਵਿਰੋਧ, ਕਿਤੇ ਨਾ ਕਿਤੇ ਜ਼ਰੂਰ ਦੇਖਣ ਨੂੰ ਮਿਲਦਾ। ਪਰ ਸਾਨੂੰ ਖੁਸ਼ੀ ਹੈ ਕਿ ਨੁਸਰਤ ਇਕਰਾਮ ਖਾਨ ਬੱਗਾ ਜੀ ਦੇ ਟਿਕਟ ਤੇ ਇੱਕ ਪਾਸਿਓਂ ਵੀ ਕਿਤੋਂ ਵੀ ਕੋਈ ਮਾੜੀ ਆਵਾਜ਼ ਨਹੀਂ ਆਈ। ਇਸ ਗੱਲ ਦੀ ਮੈਂ ਤੁਹਾਨੂੰ ਸ਼ਹਿਰ ਨੂੰ ਵੀ ਔਰ ਉਹਨਾਂ ਦੀ ਸ਼ਖਸੀਅਤ ਨੂੰ ਵੀ, ਉਹਨਾਂ ਨੂੰ ਵੀ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦਾ। ਦੂਸਰੀ ਬੇਨਤੀ, ਮੈਂ ਤਹਿ ਦਿਲੋਂ ਧੰਨਵਾਦ ਕਰਦਾ ਅਵੈਧ ਸਾਹਿਬ ਦਾ, ਜਿੱਥੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਧੰਨਵਾਦ ਕਰਦਾ, ਉੱਥੇ ਅਵੈਧ ਸਾਹਿਬ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਲੋਕ ਅਹੁਦਿਆਂ ਦੇ ਮਗਰ ਫਿਰਦੇ ਨੇ। ਇੱਕ ਇਹੋ ਸ਼ਖਸੀਅਤ ਹੈ ਜਿਹਦੇ ਅਹੁਦੇ ਮਗਰ ਫਿਰਦੇ ਨੇ ਔਰ ਉਹ ਸੇਵਾ ਵਾਲੇ ਪਾਸੇ ਜਾਂ ਉਹੀ ਸ਼ਕਤੀ ਕਿਸੇ ਹੋਰ ਨੂੰ ਦੇ ਕੇ ਉਹਦੇ ਰਾਹੀਂ ਸੇਵਾ ਲੈਣੀ ਚਾਹੁੰਦੇ ਨੇ। ਸੋ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ। ਬਹੁਤ ਘੱਟ ਲੋਕ ਹੁੰਦੇ ਨੇ, ਪੈਸਾ ਵੀ ਬਹੁਤ ਦੁਨੀਆ ਕੋਲੇ ਹੈ, ਰੁਤਬੇ ਵੀ ਬੜੇ ਕੋਲੇ ਨੇ, ਪਰ ਤਿਆਗ ਕਰਨਾ ਬੜਾ ਔਖਾ। ਸੋ ਇਹਨਾਂ ਨੇ ਉਸ ਗੱਲ ਦਾ ਤਿਆਗ ਕਰਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਆਪਣੇ ਕਾਰੋਬਾਰੀ ਰੁਝੇਵਿਆਂ ਦੇ ਕਾਰਨ ਨੁਸਰਤ ਇਕਰਾਮ ਖਾਨ ਬੱਗਾ ਜੀ ਦੇ ਨਾਮ ਦੀ ਸਿਫਾਰਿਸ਼ ਕੀਤੀ ਹੈ, ਜੋ ਤੁਹਾਡੀਆਂ ਭਾਵਨਾਵਾਂ ਅਨੁਸਾਰ ਹੈ। ਉਹ ਕੋਈ ਨਹੀਂ ਇਹਨਾਂ ਨੇ ਆਪ ਦੀ ਮਰਜ਼ੀ ਨਾਲ ਕੀਤੀ ਹੈ।
ਲੋਕਾਂ ਦੇ ਰਾਏ ਮਸ਼ਵਰੇ, ਲੋਕਾਂ ਦੀਆਂ ਸਾਰੀਆਂ ਸਿਫਤ ਸਲਾਹਾਂ ਪੁੱਛ ਕੇ ਫਿਰ ਉਹਨਾਂ ਨੇ ਸਹੀ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਹ ਮਸ਼ਵਰਾ ਦਿੱਤਾ ਔਰ ਉਹਦੇ 'ਤੇ ਪਾਰਟੀ ਨੇ ਫੁੱਲ ਚਾੜੇ ਨੇ। ਸੋ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਔਰ ਤੁਹਾਨੂੰ ਸਾਰਿਆਂ ਨੂੰ ਫਿਰ ਇੱਕ ਵਾਰ ਇਸ ਗੱਲ ਦੀ ਮੁਬਾਰਕਬਾਦ ਦਿੰਦਾ। ਦੂਸਰਾ ਮੈਂ ਇਹ ਵੀ ਬੇਨਤੀ ਕਰਦਾ ਕਿ ਰਾਜਨੀਤਿਕ ਖੇਤਰ ਵਿੱਚ ਜਿਨ੍ਹਾਂ ਲੋਕਾਂ ਨੇ ਨਾਮ ਕਮਾਇਆ ਉਹ ਇਹ ਨਹੀਂ ਵੀ ਇਕੱਲੇ ਰੁਤਬਿਆਂ ਨਾਲ ਕਮਾਇਆ, ਤਿਆਗ ਔਰ ਕੁਰਬਾਨੀ ਨਾਲ ਵੀ ਲੋਕਾਂ ਨੇ ਬਹੁਤ ਵੱਡੇ ਨਾਮ ਕਮਾਏ ਨੇ। ਬਹੁਤ ਐਸੇ ਲੀਡਰ ਐਸੇ ਹੋਏ ਨੇ ਜਿਨ੍ਹਾਂ ਨੇ 20-30 ਸਾਲ ਜੰਗਾਂ ਲੜੀਆਂ। ਨੈਲਸਨ ਮੰਡੇਲਾ ਹੋਏ ਨੇ ਜੋ ਸਾਊਥ ਅਫਰੀਕਾ ਲਈ ਜਿਨ੍ਹਾਂ ਨੇ ਆਜ਼ਾਦੀ ਦੀ ਜੰਗ ਲੜੀ ਔਰ ਉਹਨਾਂ ਨੇ ਆਜ਼ਾਦੀ ਮਿਲਣ ਤੋਂ ਬਾਅਦ ਆਪ ਪਾਸੇ ਹੋ ਗਏ ਤੇ ਰਾਸ਼ਟਰਪਤੀ ਹੋਰ ਨੂੰ ਬਣਾਇਆ। ਮਹਾਤਮਾ ਗਾਂਧੀ ਦਾ ਦੌਰ ਦੇਖਿਆ ਆਪਾਂ, ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੀ ਜੰਗ ਉਹਨਾਂ ਨੇ ਲੜੀ ਸਾਡੇ ਦੇਸ਼ 'ਚ, ਪਰ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਬਣਾਇਆ। ਹੋਰ ਬਹੁਤ ਐਸੀਆਂ ਉਦਾਹਰਨਾਂ ਨੇ ਜਿਨ੍ਹਾਂ ਦੇ ਕੱਦ ਨੇ ਜਿਹੜੇ ਉਹਨਾਂ ਰੁਤਬਿਆਂ ਨਾਲੋਂ ਵੀ ਉੱਚੇ ਹੋ ਜਾਂਦੇ ਨੇ ਜਿਹੜੇ ਤਿਆਗ ਔਰ ਕੁਰਬਾਨੀ ਦਿਖਾਉਂਦੇ ਨੇ। ਸੋ ਅੱਜ ਮੈਂ ਸਮਝਦਾ ਅਵੈਧ ਸਾਹਿਬ ਨੇ ਇਹ ਉਦਾਹਰਨ ਪੇਸ਼ ਕਰਕੇ MLA ਦਾ ਵੀ ਰੁਤਬਾ ਵੀ ਉਹਨਾਂ ਮੂਹਰੇ ਮੈਨੂੰ ਛੋਟਾ ਲੱਗਦਾ। ਸੋ ਉਹਨਾਂ ਨੇ ਬਹੁਤ ਵੱਡੀ ਗੱਲ ਕੀਤੀ ਹੈ। ਸੋ ਮੈਂ ਡਾਕਟਰ ਤਕਰਾਮ ਖਾਨ ਬੱਗਾ ਜੀ ਨੂੰ ਵੀ ਇਹ ਬੇਨਤੀ ਕਰਦਾ, ਤੁਹਾਡੇ 'ਤੇ ਕਿਰਪਾ ਪਰਮਾਤਮਾ ਨੇ ਕਰਨੀ ਹੈ ਕਿ ਉਹ ਬੜੀਆਂ ਉਲਝਣ ਤਾਲੀਆਂ 'ਚੋਂ ਹੋ ਕੇ ਰੱਬ ਦੀ ਮਿਹਰ ਨਾਲ ਇਹ ਟਿਕਟ ਤੁਹਾਨੂੰ ਪ੍ਰਾਪਤ ਹੋਈ ਔਰ ਇਹ ਜਿਹੜੀ ਜਿੱਤ ਹੈ ਉਹ ਵੀ ਤੁਹਾਨੂੰ ਨਸੀਬ ਹੋਊਗੀ। ਸਰਕਾਰ ਵੀ ਆਪਣੀ ਬਣੂਗੀ ਇਨਸ਼ਾਅੱਲਾ, ਪਰੰਤੂ ਇਹ ਕਾਨੂੰਨੀ ਤੌਰ 'ਤੇ ਇਸ ਰੁਤਬੇ ਦੇ ਰਹਿਨੁਮਾਈ ਤੁਸੀਂ ਕਰੋ ਔਰ ਅਸਲ ਰੂਪ ਵਿੱਚ ਅਵੈਧ ਸਾਹਿਬ ਕਰਨ। ਇਸ ਢੰਗ ਨਾਲ ਆਪਾਂ ਇਹ ਜੋੜੀ ਬਣਾ ਕੇ ਮਲੇਰਕੋਟਲੇ ਦੇ ਰਹਿੰਦੇ ਕਾਰਜ ਵੀ ਪੂਰੇ ਕਰੀਏ, ਜੋ ਇਹਨਾਂ ਦੇ ਮਨ 'ਚ ਛਾਵਾਂ ਨੇ ਕੰਮ ਕਰਨ ਦੀਆਂ ਉਹਨਾਂ ਨੂੰ ਵੀ ਪੂਰਾ ਕਰੀਏ। ਇੱਥੋਂ ਤੱਕ ਕਿ ਜੇ ਕਿਸੇ ਹਸਪੀਟਲ ਵਿੱਚ ਕੋਈ ਚੰਗਾ ਕੰਮ ਕਰਨ ਲਈ ਪੈਸਿਆਂ ਦੀ ਪੇਸ਼ਕਸ਼ ਕੀਤੀ ਉਹ ਵੀ ਪੂਰੀ ਨਹੀਂ ਹੋਣ ਦਿੱਤੀ। ਜੇ ਕੋਈ ਹੋਰ ਚੰਗੇ ਕੰਮ ਲਈ ਕਿਹਾ ਵੀ ਅਸੀਂ ਐਂ ਕਰ ਦਿੰਦੇ ਹਾਂ ਉਹਦੇ ਵਿੱਚ ਵੀ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ। ਸੋ ਪਰੰਤੂ ਆਪਾਂ ਇਸ ਗੱਲ ਨੂੰ ਸੋਚ ਕੇ ਚੱਲਣਾ ਆਉਣ ਵਾਲੇ ਸਮੇਂ 'ਚ ਕਿ ਮਲੇਰਕੋਟਲੇ ਨੂੰ ਅਸੀਂ ਉਹ ਲੋਕ ਕਿੱਧਰ ਨੂੰ ਲੈ ਕੇ ਜਾਈਏ। ਮਲੇਰਕੋਟਲੇ ਦਾ ਇੱਕ ਬਹੁਤ ਵੱਡਾ ਇਤਿਹਾਸ ਹੈ, ਹਿੰਦੂ ਸਿੱਖ ਮੁਸਲਿਮ ਭਾਈਚਾਰਕ ਸਾਂਝ ਦਾ ਮਲੇਰਕੋਟਲੇ ਦਾ ਇੱਕ ਬਹੁਤ ਵੱਡਾ ਇਤਿਹਾਸ ਰਿਹਾ, ਜਿਸ ਦੀ ਉਦਾਹਰਨ ਕਿਤੇ ਵੀ ਸੰਸਾਰ ਵਿੱਚ ਦੇਖਣ ਨੂੰ ਨਹੀਂ ਮਿਲਦੀ। ਉਹ ਸਾਡੇ ਇਤਿਹਾਸ ਨੂੰ ਵੀ ਇਹ ਲੋਕ ਕਲੰਕਿਤ ਕਰਨ ਲੱਗੇ ਹੋਏ ਨੇ। ਸਾਨੂੰ ਜਾਤਾਂ ਮਜ਼ਹਬਾਂ 'ਚ ਵੰਡ ਕੇ ਉਸ ਕਿਸਮ ਦੀ ਗੰਦੀ ਰਾਜਨੀਤੀ ਦੀ ਸ਼ੁਰੂਆਤ ਇਹਨਾਂ ਲੋਕਾਂ ਨੇ ਕੀਤੀ ਹੈ ਮਲੇਰਕੋਟਲੇ 'ਚ, ਜਿਹੜੀ ਇਸ ਤੋਂ ਪਹਿਲਾਂ ਕਦੇ ਦੇਖੀ ਨਹੀਂ ਸੀ ਗਈ। ਇਸ ਨੂੰ ਯੂਪੀ ਔਰ ਬਿਹਾਰ ਦੀ ਤਰਜ਼ 'ਤੇ ਚਲਾਉਣਾ ਚਾਹੁੰਦੇ ਨੇ, ਜਾਂ ਡਰ ਤੇ ਭੈ ਨਾਲ ਜਾਂ ਜਾਤਾਂ ਔਰ ਮਜ਼ਹਬਾਂ ਦੇ ਬਖਰੇਵੇਂ ਖੜੇ ਕਰਕੇ। ਇਹ ਮੈਂ ਸਮਝਦਾ ਰਾਜਨੀਤੀ ਦਾ ਇੱਕ ਬਹੁਤ ਮਾੜਾ ਪੱਖ ਹੈ। ਲੀਡਰ ਉਹ ਹੁੰਦਾ ਜਿਹਦੇ 'ਤੇ ਧਰਮ ਹੈ, ਜਿਹੜਾ ਧਰਮ ਸਾਡਾ ਨਿੱਜੀ ਹੈ, ਜਾਤ ਸਾਡੀ ਨਿੱਜੀ ਹੈ। ਜਾਤਵਾਦ ਨੂੰ ਤਾਂ ਵੈਸੇ ਮੰਨਣਾ ਹੀ ਨਹੀਂ ਚਾਹੀਦਾ, ਪਰੰਤੂ ਫਿਰ ਵੀ ਸਮਾਜ ਨੇ ਹਲੇ ਉਸ ਲੈਵਲ 'ਤੇ ਅਸੀਂ ਪਹੁੰਚੇ ਨਹੀਂ ਹਾਂ। ਪਰੰਤੂ ਜੋ ਆਗੂ ਹੁੰਦਾ ਉਹਦਾ ਧਰਮ ਲੋਕਾਂ ਦੀ ਭਲਾਈ ਹੁੰਦਾ, ਜਿਹਨੂੰ ਲੋਕ ਸਾਰੇ ਵਰਗ ਚੁਣ ਕੇ ਭੇਜਦੇ ਨੇ। ਕੋਈ 20% ਹੈ, ਕੋਈ 10% ਹੈ, ਕੋਈ 50% ਹੈ, ਕੋਈ 40% ਹੈ, ਵੋਟਾਂ ਤਾਂ ਸਾਰੇ ਹੀ ਪਾਉਂਦੇ ਨੇ। ਸਗੋਂ ਮੈਂ ਤਾਂ ਇਹ ਸਮਝਦਾ ਜਿਹੜਾ ਘੱਟ ਗਿਣਤੀ 'ਚ ਉਹਨਾਂ ਦਾ ਖਿਆਲ ਵੱਧ ਰੱਖਣਾ ਚਾਹੀਦਾ, ਉਹਨਾਂ ਦੀ ਆਵਾਜ਼ ਥੋੜ੍ਹੀ ਜਿਹੀ ਕਮਜ਼ੋਰ ਹੁੰਦੀ ਹੈ। ਸੋ ਇਸ ਕਰਕੇ ਉਹਨਾਂ ਲੋਕਾਂ ਨੇ ਸਾਡੀ ਉਸ ਰਾਜਨੀਤੀ ਨੂੰ, ਇੱਥੋਂ ਦੇ ਮਾਹੌਲ ਨੂੰ ਗੰਦਾ ਕਰਨ ਦਾ ਯਤਨ ਕੀਤਾ। ਉਸ ਗੱਲ ਤੋਂ ਵੀ ਤੁਸੀਂ ਸੁਚੇਤ ਰਹਿਣਾ। ਔਰ ਮੈਂ ਦੂਸਰੀ ਇਹ ਵੀ ਬੇਨਤੀ ਕਰਦਾ, ਕਦੇ ਵੀ ਉਹ ਲੋਕ ਜਿਹੜੇ ਨਾਅਰਿਆਂ ਨਾਲ ਜਜ਼ਬਾਤਾਂ ਨੂੰ ਭੜਕਾ ਕੇ ਅਹੁਦਿਆਂ ਦੀਆਂ ਰੁਤਬਿਆਂ ਦੀ ਪ੍ਰਾਪਤੀ ਕਰਦੇ ਨੇ, ਉਹ ਕਦੇ ਵੀ ਕੰਮ ਨਹੀਂ ਕਰਨਗੇ, ਕਦੇ ਵੀ ਉਹ ਸੇਵਾ ਨਹੀਂ ਕਰਨਗੇ। ਜਾਂ ਜਿਹੜੇ ਲੋਕ ਪੈਸੇ ਦੇ ਜ਼ੋਰ ਨਾਲ ਪਬਲਿਕ ਨੂੰ ਲਾਲਚਾਂ ਦੇ ਵਸ ਪਾ ਕੇ ਵੋਟਾਂ ਹਾਸਲ ਕਰਦੇ ਨੇ, ਉਹ ਵੀ ਕਦੇ ਕੰਮ ਨਹੀਂ ਕਰਨਗੇ। ਇਹ ਦੋਨੋਂ ਗੱਲਾਂ ਤੁਹਾਨੂੰ ਤੁਹਾਡੇ ਕਾਂਗਰਸ ਦੇ ਉਮੀਦਵਾਰ 'ਚ ਦੇਖਣ ਨੂੰ ਮਿਲਦੀਆਂ ਨੇ। ਜੇ ਹੁਣ ਵੀ ਆਪਾਂ ਉਹਨਾਂ ਨੂੰ ਫਿਰ ਵੋਟਾਂ ਪਾਵਾਂਗੇ, ਫਿਰ ਕਿਸ ਤਰ੍ਹਾਂ ਦਾ ਵਿਹਾਰ ਵੋਟਰਾਂ ਨਾਲ ਹੁੰਦਾ, ਕਿੰਨਾ ਕੁ ਉਹਨਾਂ ਦੀ ਇੱਜ਼ਤ ਹੁੰਦੀ ਹੈ, ਕਿੰਨਾ ਸਤਿਕਾਰ ਹੁੰਦਾ, ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਪ੍ਰੈਸ ਵੀ ਜਾਣਦੀ ਹੈ ਔਰ ਆਪਾਂ ਜਿਹੜੇ ਦਰਜਾ ਬਦਰਜਾ ਲੋਕ ਬੈਠੇ ਹਾਂ ਆਪਾਂ ਵੀ ਜਾਣਦੇ ਹਾਂ। ਸੋ ਇਸ ਕਰਕੇ ਜਿੱਥੇ ਸਤਿਕਾਰ ਨਹੀਂ ਹੈ ਤੁਹਾਡੀ ਕੀਮਤ ਦਾ, ਵੋਟ ਦੀ ਕੀਮਤ ਦਾ, ਤਾਂ ਮੈਂ ਸਮਝਦਾ ਉੱਥੇ ਵੋਟ ਪਾਉਣ ਦਾ ਸਾਨੂੰ ਕੋਈ ਲਾਭ ਵੀ ਨਹੀਂ ਹੈ। ਤੁਸੀਂ ਉਹ ਜਿਹਾ ਬੰਦਾ ਚੁਣੋ ਜਿਹੜਾ, ਦੇਖੋ ਜੱਫੀ ਪਾਉਣਾ ਵੀ ਕੋਈ ਕਮਜ਼ੋਰੀ ਹੈ। ਤੁਸੀਂ ਇੱਕ ਗੱਲ ਦੱਸੋ, ਪੁੱਠਾ ਬੋਲਣਾ ਨੂੰ ਆਪਾਂ ਗੁਣ ਕਹਿੰਦੇ ਆ ਤੇ ਜੱਫੀ ਪਾਉਣ ਨੂੰ ਆਪਾਂ ਕਮਜ਼ੋਰੀ ਕਹਿੰਦੇ ਆ। ਫਿਰ ਆਪਾਂ ਕਿੱਥੇ ਖੜੇ ਕਿੱਥੇ ਆ? ਸਾਡੀ ਮਲੇਰਕੋਟਲੇ ਦੀ ਮਾਨਸਿਕਤਾ ਕਿੱਥੇ ਖੜੀ ਆ?
ਆਪਦੀਆਂ ਜ਼ਮੀਰਾਂ ਨੂੰ ਜਗਾਓ, ਇਹੋ ਜਿਹੇ ਵਿਅਕਤੀ ਨੂੰ ਹਰਾਓ। ਜੇ ਇੱਕ ਛੋਟਾ ਜਿਹਾ ਜਲਸਾ ਕਰਾਉਣ ਜਾਂਦੇ ਨੇ ਤਾਂ ਜੇ ਉੱਥੇ 500 ਬੰਦਾ ਹੁੰਦਾ ਤਾਂ 400 ਬੰਦਾ ਪੁਲਿਸ ਦਾ ਲਾਇਆ ਜਾਂਦਾ। ਕਿਉਂ? ਲੋਕਾਂ ਨੂੰ ਕੀ ਦਿਖਾਉਣਾ ਚਾਹੁੰਦੇ ਹਾਂ ਅਸੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨਾ ਕਿ ਲੋਕਾਂ 'ਚ ਡਰ ਪੈਦਾ ਕਰਕੇ ਅਸੀਂ ਵੋਟਾਂ ਲੈਣੀਆਂ ਨੇ? ਸੋ ਇਹ ਮਲੇਰਕੋਟਲੇ ਦੇ ਲੋਕਾਂ ਨੇ ਫੈਸਲਾ ਕਰਨਾ। ਮਲੇਰਕੋਟਲੇ ਦੀ ਅਣਖ ਔਰ ਗੈਰਤ ਨੂੰ ਚੈਲੰਜ ਹੋ ਰਿਹਾ। ਮਲੇਰਕੋਟਲੇ ਨੇ ਇਹ ਚੀਜ਼ ਕਦੇ ਬਰਦਾਸ਼ਤ ਨਹੀਂ ਕੀਤੀ। ਸੋ ਅਸੀਂ ਸਮਝਦੇ ਹਾਂ ਹੁਣ ਵੀ ਤੁਹਾਨੂੰ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀ ਚਾਹੀਦੀ। ਖੁੱਲ੍ਹ ਕੇ ਉੱਠੋ, ਹੌਸਲੇ ਔਰ ਦਲੇਰੀ ਨਾਲ ਉੱਠੋ ਔਰ ਉਹਨਾਂ ਲੋਕਾਂ ਨੂੰ ਜਿਹੜੇ ਮਲੇਰਕੋਟਲੇ ਦੇ ਮਾਹੌਲ ਨੂੰ ਗੰਦਾ ਕਰਨ 'ਤੇ ਤੁਲੇ ਹੋਏ ਨੇ ਉਹਨਾਂ ਨੂੰ ਨਕਾਰੋ। ਨੁਸਰਤ ਇਕਰਾਮ ਖਾਂ ਬੱਗਾ ਜੀ ਨੂੰ ਜਿਤਾਓ। ਇਹਨਾਂ ਦਾ ਪੁਰਾਣਾ ਇਤਿਹਾਸ ਅੱਜ ਦੇ ਭਾਸ਼ਣਾਂ ਨਾਲ, ਅੱਜ ਦੀਆਂ ਗੱਲਾਂ ਕੀਤੀਆਂ ਹੋਈਆਂ ਨਾਲ ਕੋਈ ਕਿਸੇ ਦੀ ਸ਼ਖਸੀਅਤ ਨਹੀਂ ਬਦਲਦੀ। ਜਿਵੇਂ ਆਪਾਂ ਕਹੀਏ ਉਹ ਤੁਹਾਡਾ ਪਿਛਲਾ ਟਰੈਕ ਰਿਕਾਰਡ ਹੁੰਦਾ ਸਾਰਾ ਜਿਹੜਾ ਬੋਲਦਾ। ਸੋ ਮੈਂ ਇੱਕ ਗੱਲ ਦੀ ਇਹਨਾਂ ਨੂੰ ਵਧਾਈ ਦਿੰਦਾ ਜੋ ਮੈਂ ਹਰ ਪਾਸਿਓਂ ਸੁਣੀ ਹੈ ਕਿ ਇਕਰਾਮ ਖਾਂ ਬੱਗਾ ਜੀ ਜਿੱਥੇ ਆਪ ਨਮਾਜ਼ੀ ਨੇ, 5 ਟਾਈਮ ਨਮਾਜ਼ ਪੜ੍ਹਦੇ ਨੇ, ਉੱਥੇ ਕੋਈ ਹਿੰਦੂ ਵੀਰ, ਕੋਈ ਸਿੱਖ ਵੀਰ ਕਿਸੇ ਤੋਂ ਇਹ ਗੱਲ ਨਹੀਂ ਸੁਣੀ ਵੀ ਸਾਡੇ ਨਾਲ ਉਹਨਾਂ ਨੇ ਅੱਜ ਤੱਕ ਕਦੇ ਭੇਦਭਾਵ ਕੀਤਾ। ਮੇਰੇ ਕੋਲ ਹਿੰਦੂ ਸੰਸਥਾਵਾਂ ਦੇ ਬਹੁਤ ਮੌਜੂਦ ਸੱਜਣ ਚੱਲ ਕੇ ਗਏ ਇਹਨਾਂ ਦੀ ਸਿਫਾਰਿਸ਼ ਲਈ। ਮੈਂ ਉਹਨਾਂ ਦੀਆਂ ਗੱਲਾਂ ਵੀ ਸੁਣੀਆਂ। ਮੈਂ ਕਿਹਾ ਜੀ ਤੁਸੀਂ ਬਹੁਤ ਵਕਾਲਤ ਕਰਦੇ ਹੋ। ਕਹਿੰਦੇ ਜੀ ਉਹੋ ਜਿਹਾ ਧਰਮ ਨਿਰਪੱਖ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਬੰਦਾ ਹੀ ਨਹੀਂ ਹੈ ਮਲੇਰਕੋਟਲੇ ਨੂੰ, ਚਾਹੀਦਾ ਵੀ ਉਹੋ ਜਿਹਾ ਮਲੇਰਕੋਟਲੇ ਨੂੰ। ਸੋ ਇਹ ਗੁਣ ਨੇ ਜਿਹੜੇ ਉਹ ਇਹਨਾਂ ਨੂੰ ਅੱਗੇ ਲੈ ਕੇ ਜਾਣਗੇ। ਔਰ ਇੱਕ ਬੰਦਾ ਜੇ ਆਪਾਂ ਇੱਕ ਵਰਗ ਦੀ ਗੱਲ ਨਹੀਂ ਕਰਦਾ ਹੁੰਦਾ, ਰਾਜਨੀਤਿਕ ਬੰਦਾ ਵੋਟਾਂ ਲੈਣ ਲਈ ਆ, ਕਿੱਡਾ ਸੱਚਾ ਸੁੱਚਾ ਹੁੰਦਾ ਉਹ ਲੋਕ ਸਾਰਾ ਕੁਝ ਜਾਣਦੇ ਹੁੰਦੇ ਨੇ। ਸੋ ਉਸ ਬਹਿਕਾਵੇ 'ਚ ਆ ਕੇ ਕਿਸੇ ਉਹੋ ਜਿਹੇ ਆਗੂ ਨੂੰ ਨਾ ਚੁਣ ਲਿਓ ਜਿਹੜਾ ਮਲੇਰਕੋਟਲੇ ਦੇ ਮਾਹੌਲ ਨੂੰ ਖਰਾਬ ਕਰੇ। ਇਹ ਮਲੇਰਕੋਟਲੇ ਦੀ ਬਹੁਤ ਮੰਦਭਾਗਾ ਹੋਊਗਾ। ਪਹਿਲਾਂ ਹੀ ਬੜੇ ਕਿਸਮ ਦੀਆਂ ਇਲਜ਼ਾਮ ਤਰਾਸ਼ੀਆਂ, ਬੜੇ ਕਿਸਮ ਦੇ ਸ਼ੱਕ ਸ਼ੁਬੇ ਸਾਡੇ ਤੋਂ ਪਹਿਲਾਂ ਹੀ ਖੜੇ ਰਹਿੰਦੇ ਨੇ। ਸੋ ਉਹਨਾਂ ਚੀਜ਼ਾਂ ਤੋਂ ਬਚਣ ਲਈ ਇੱਕ ਐਸੇ ਆਗੂ ਨੂੰ ਚੁਣੋ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਵੀ ਰੱਖਦਾ ਹੋਵੇ ਔਰ ਸਹੀ ਮਾਇਨਿਆਂ ਵਿੱਚ ਨਾਲ ਲੈ ਕੇ ਚੱਲਦਾ ਵੀ ਹੋਵੇ। ਸੋ ਇਹ ਗੁਣ ਮੈਂ ਬੱਗਾ ਜੀ ਦੇਖਿਆ। ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕੀਤੀ ਹੈ। ਕੋਈ ਵਡਿਆਈ ਨਹੀਂ ਹੈ, ਇਹ ਸੱਚਾਈ ਹੈ। ਦੂਸਰੀ ਮੈਂ ਬੇਨਤੀ ਇਹ ਵੀ ਕਰਨੀ ਚਾਹੁੰਦਾ ਕਿ ਕੋਈ ਵੀ ਪੋਲੀਟੀਕਲ ਬੰਦਾ ਰਾਜਨੀਤਿਕ ਖੇਤਰ ਵਿੱਚ ਐਸੇ ਬਹੁਤ ਘੱਟ ਲੋਕ ਤੁਹਾਨੂੰ ਮਿਲਣਗੇ ਜਦੋਂ ਉਹ ਰਾਜਨੀਤੀ ਤੋਂ ਪਿੱਛੇ ਹਟ ਜਾਂਦੇ ਨੇ, ਜਾਂ ਉਹਨਾਂ ਦਾ ਟਿਕਟ ਕੱਟ ਜਾਂਦਾ, ਜਾਂ ਉਹ ਹਾਰ ਜਾਂਦਾ। ਉਸ ਤੋਂ ਬਾਅਦ ਜਦੋਂ ਕੋਈ ਉਮੀਦ ਵੀ ਖਾਸ ਦਿਖਦੀ ਨਹੀਂ ਹੁੰਦੀ, ਸਿਰਫ ਜਿਵੇਂ ਬੱਗਾ ਜੀ ਕਹਿੰਦੇ ਨੇ ਮੱਥੇ ਦੀ ਲਕੀਰ ਤੋਂ ਬਿਨਾਂ ਕੋਈ ਉਮੀਦ ਵੀ ਨਜ਼ਰ ਨਹੀਂ ਆਉਂਦੀ ਹੁੰਦੀ, ਫਿਰ ਵੀ ਪਾਰਟੀ ਦਾ ਕੰਮ ਇੰਨੇ ਵਧੀਆ ਢੰਗ ਨਾਲ ਕਰੀ ਜਾਣਾ। ਮੈਂ ਉਸ ਗੱਲ ਦੀ ਵੀ ਨਹੀਂ ਦੱਸ ਦਿੰਦਾ। ਅਸੀਂ ਦਿੱਲੀ ਵੀ ਇਕੱਠੇ ਹੁੰਦੇ ਰਹੇ ਹਾਂ, ਹਲਕਾ ਇੰਚਾਰਜ ਹੋਰ, MLA ਹੋਰ, ਮੂਹਰੇ ਭਵਿੱਖ ਦੀ ਕੋਈ ਗੱਲ ਵੀ ਨਹੀਂ ਹੈ। ਜੇ ਕੋਈ ਵਕਫ ਬੋਰਡ ਦਾ ਚੇਅਰਮੈਨ ਬਣਾਉਣਾ ਉਹ ਵੀ ਹੋਰ, ਕੋਈ ਮਿਲਿਆ ਵੀ ਕੁਛ ਨਹੀਂ 19 ਸਾਲਾਂ 'ਚ ਪਾਰਟੀ 'ਚੋਂ। ਫਿਰ ਵੀ ਜਿੱਥੇ ਵੀ ਪਾਰਟੀ ਦਾ ਕੋਈ ਪ੍ਰੋਗਰਾਮ ਸੀ, ਮੈਨੂੰ ਤਾਂ ਇਹ ਵੀ ਨਹੀਂ ਪਤਾ ਕੋਈ ਸੱਦਾ ਪੱਤਰ ਵੀ ਭੇਜਦਾ ਸੀ ਕਿ ਨਹੀਂ। ਬਿਨਾਂ ਸੱਦਾ ਪੱਤਰ ਦੀ ਬੱਗਾ ਜੀ ਨੂੰ ਰਹਿੰਦਾ ਸੀ ਸ਼ੌਕ ਵੀ ਚੱਲ ਵੀ ਦਿੱਲੀ ਦਾ ਪ੍ਰੋਗਰਾਮ ਹੈ, ਦਿੱਲੀ ਚੱਲੀਏ। ਸੋ ਇਹ ਜਿਹੇ ਡੈਡੀਕੇਟਡ ਵਰਕਰ ਪਾਰਟੀਆਂ ਨੂੰ ਮਿਲਣਗੇ ਵੀ ਕਿੱਥੋਂ? ਜੇ ਉਹਨਾਂ ਵਰਕਰਾਂ ਦੀਆਂ ਪਾਰਟੀਆਂ ਕਦਰ ਕਰਨੋਂ ਹਟ ਜਾਣਗੀਆਂ ਤਾਂ ਫਿਰ ਮੈਂ ਸਮਝਦਾ ਪਾਰਟੀਆਂ ਵੀ ਜਿਉਂਦਾ ਨਹੀਂ ਰਹਿ ਸਕਦੀਆਂ ਲੰਮਾ ਸਮਾਂ। ਸੋ ਇਹ ਇੱਕ ਚੰਗਾ ਫੈਸਲਾ। ਚਲੋ ਚਾਹੇ ਕਿਸਮਤ ਕਨੀਓ ਹੋਇਆ, ਕਿਸਮਤ ਕਨੀਓ ਆਏ ਹੋਇਆ। ਜੇ ਵੈਸ ਸਾਹਿਬ ਨੇ ਚੋਣ ਨਾ ਲੜਨ ਦਾ ਮਨ ਬਣਾਇਆ ਤਾਂ ਦੁਬਾਰਾ ਉਹ ਗੁਣਾ ਜਿਹੜਾ ਇਹਨਾਂ 'ਤੇ ਡਿੱਗਿਆ, ਕਿਉਂਕਿ ਵੈਸ ਸਾਹਿਬ ਦੀ ਸ਼ਖਸੀਅਤ ਇੱਕ ਰਾਜਨੀਤੀ ਤੋਂ ਵੱਖਰੀ ਸ਼ਖਸੀਅਤ ਸੀ ਸ਼ਹਿਰ ਲਈ, ਔਰ ਉਹਨੂੰ ਲੋਕ ਜ਼ਿਆਦਾ ਪਿਆਰ ਔਰ ਮੁਹੱਬਤ ਨਾਲ ਦੇਖਦੇ ਸੀ। ਪਰ ਇਹਨਾਂ ਦੀ ਪਾਰਟੀ ਲਈ ਘਾਲਣਾ ਔਰ ਪਾਰਟੀ ਲਈ ਜੋ ਦੇਣ ਹੈ ਉਹ ਇਹਨਾਂ ਦੀ ਬਹੁਤ ਵੱਡੀ ਹੈ। ਉਸ ਕਰਕੇ ਇਹਨਾਂ ਨੂੰ ਮੈਂ ਸਮਝਦਾ ਪਰਮਾਤਮਾ ਨੇ ਵੀ ਇਹਨਾਂ ਨੂੰ ਇੱਜ਼ਤ ਦਿੱਤੀ ਹੈ ਔਰ ਪਾਰਟੀ ਨੇ ਵੀ ਉਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਇਹਨਾਂ ਨੂੰ ਨਵਾਜਿਆ। ਸੋ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਲੜਾਈ ਬਹੁਤ ਵੱਡੀ ਹੈ, ਇਹਨੂੰ ਛੋਟੀ ਨਾ ਸਮਝੋ। ਇਹ ਠੀਕ ਹੈ ਕਿ ਲੋਕਾਂ ਦੇ ਦਿਲਾਂ 'ਚੋਂ ਉਹ ਲੈ ਗਏ, ਪਰ ਉਹਨਾਂ ਨੇ ਚਾਲਾਂ, ਹਰਾਮਜ਼ਾਦਗੀ ਵਾਲੀਆਂ ਗੱਲਾਂ, ਹੋਰ ਬਹੁਤ ਕੁਛ ਕਰਨਾ। ਬੜੇ ਝੂਠੇ ਸੱਚੇ ਪ੍ਰਚਾਰ ਕਰਨੇ ਨੇ, ਸੋਸ਼ਲ ਮੀਡੀਆ 'ਤੇ ਵੀ ਹੋਣਗੇ, ਪ੍ਰੈਸ ਰਾਹੀਂ ਵੀ ਹੋਣਗੇ, ਹੋਰ ਕਿਸਮ ਦੀਆਂ ਅਫਵਾਹਾਂ ਵੀ ਉਡਾਉਣੀਆਂ ਨੇ, ਬੜਾ ਕੁਛ ਹੋਣਾ ਮਲੇਰਕੋਟਲੇ 'ਚ। ਸੋ ਤੁਸੀਂ ਹਰ ਗੱਲ ਤੋਂ ਸੁਚੇਤ ਰਹਿਣਾ। ਸੁਚੇਤ ਰਹਿ ਕੇ ਇਹ ਲੜਾਈ ਇਕੱਲੇ ਬੱਗਾ ਜੀ ਜਾਂ ਵੈਸ ਸਾਹਿਬ ਦੀ ਜਾਂ ਪਾਰਟੀ ਦੀ ਲੜਾਈ ਨਹੀਂ ਹੈ, ਇਹਨੂੰ ਲੋਕਾਂ ਦੀ ਲੜਾਈ ਬਣਾਉਣਾ। ਇਹ ਪਬਲਿਕ ਨੇ ਲੜਨੀ ਹੈ,
ਪਬਲਿਕ ਨੇ ਇਸ ਲਈ ਲੜਨੀ ਹੈ ਕਿ ਪਬਲਿਕ ਦੀ ਅਣਖ ਔਰ ਗੈਰਤ ਨੂੰ ਚੈਲੰਜ ਕੀਤਾ ਜਾ ਰਿਹਾ। ਸੋ ਸਾਰੇ ਉੱਠ ਕੇ ਆਪਾਂ ਇੱਕ ਮਾਹੌਲ ਬਣਾ ਦਈਏ, ਐਸਾ ਮਾਹੌਲ ਬਣਾ ਦਈਏ ਕਿ ਕਿਤੇ ਖੜਨ ਬੈਠਣ ਨੂੰ ਥਾਂ ਵੀ ਨਾ ਮਿਲੇ। ਕੋਈ ਕਿਰਾਏ ਦੇ ਲਿਆਂਦੇ ਹੋਏ ਬੰਦਿਆਂ ਨਾਲ ਘੂਰ ਕੇ ਦਬਾਅ ਨਾਲ ਲਿਆਂਦੇ ਹੋਏ ਲੋਕਾਂ ਨਾਲ ਕੀਤੇ ਇਕੱਠ ਕਦੇ ਵੋਟਾਂ 'ਚ ਕਨਵਰਟ ਨਹੀਂ ਹੁੰਦੇ। ਅੱਜ ਦਬਾਅ ਅਫਸਰਸ਼ਾਹੀ ਦਾ ਵੀ ਆ, ਸਰਕਾਰ ਦਾ ਵੀ ਆ। ਕਿਸੇ ਸਰਪੰਚ ਨੂੰ ਕਿਹਾ ਜਾਂਦਾ ਮੈਨੂੰ ਨਹੀਂ ਪਤਾ, ਜਿੱਥੋਂ ਮਰਜ਼ੀ 50 ਬੰਦੇ ਤਾਂ ਲੈ ਕੇ ਆਉਣੇ, ਲਿਸਟ ਬਣਾ ਕੇ ਦੇ ਦਿੱਤੀ ਜਾਂਦੀ ਆ, ਫਿਰ ਉਹਨਾਂ ਦਾ ਟੈਗ ਲਾ ਕੇ ਗਿਣਿਆ ਜਾਂਦਾ। ਉਹ ਠੀਕ ਹੈ, ਮਜਬੂਰੀਆਂ ਬਸ ਆਉਣਗੇ, ਪਰ ਅਸੀਂ ਉਹਨਾਂ ਦੀ ਵੋਟ ਦੀ ਗਰੰਟੀ ਤਾਂ ਨਹੀਂ ਲੈ ਸਕਦੇ। ਵੋਟ ਤਾਂ ਮੰਨਣਾ ਪੈਣੀ ਹੈ। ਸੋ ਇਸ ਕਰਕੇ ਆਪਾਂ ਆਪਣਾ ਉਮੀਦਵਾਰ ਲੋਕਾਂ ਦੇ ਮਨਾਂ ਵਿੱਚ ਵਸਦਾ। ਅਵੈਸ ਸਾਹਿਬ ਜਿਨ੍ਹਾਂ ਦੀ ਸਰਪ੍ਰਸਤੀ ਆ ਉਹ ਤੋਂ ਵੱਧ ਮਨਾਂ 'ਚ ਵਸਦੇ ਨੇ। ਉਹ ਲੋਕ ਸਿਰਫ ਦਬਾਅ ਔਰ ਸਰਕਾਰੀ ਗਰਜਾਂ ਨਾਲ ਸਾਡੇ ਲੋਕਾਂ ਦੇ ਇਕੱਠ ਕਰਦੇ ਨੇ, ਔਰ ਉਹਨਾਂ ਇਕੱਠਾਂ 'ਤੇ ਰੌਣਕ ਨਹੀਂ ਹੁੰਦੀ, ਚਿਹਰਿਆਂ 'ਤੇ ਕੋਈ ਨੂਰ ਨਹੀਂ ਹੁੰਦਾ, ਚਿਹਰਿਆਂ ਦੀ ਕੋਈ ਮੁਸਕਰਾਹਟ ਨਹੀਂ ਹੁੰਦੀ। ਸੋ ਇਸ ਕਰਕੇ ਅੱਜ ਜੋ ਤੁਹਾਡਾ ਇਕੱਠ ਹੈ, ਕੱਲ੍ਹ ਥੋੜ੍ਹਾ ਜਿਹਾ ਸੁਨੇਹਾ ਲਾਇਆ ਸੀ ਔਰ ਬਹੁਤ ਵੱਡੀ ਗਿਣਤੀ 'ਚ ਤੁਸੀਂ ਸਾਰੇ ਨੁਮਾਇੰਦਾ ਸੱਜਣ ਆਏ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਔਰ ਆਸ ਕਰਦੇ ਹਾਂ ਕਿ ਤੁਸੀਂ ਅੱਜ ਤੋਂ ਹੁਣ 2 ਮਹੀਨੇ ਰਹਿ ਗਏ ਚੋਣਾਂ 'ਚ। ਦਸੰਬਰ ਔਰ ਜਨਵਰੀ ਨਵੰਬਰ ਖਤਮ ਹੋ ਗਿਆ, ਅੱਜ ਕੱਲ੍ਹ ਨੂੰ ਦਸੰਬਰ ਦੀ ਪਹਿਲੀ ਤਰੀਕ ਹੈ, ਔਰ ਜਨਵਰੀ ਦੇ ਐਂਡ 'ਚ ਵੀ ਹੋ ਸਕਦੀਆਂ ਚੋਣਾਂ, ਫਰਵਰੀ ਦੇ ਪਹਿਲੇ ਹਫ਼ਤੇ ਵੀ ਹੋ ਸਕਦੀਆਂ। 2 ਮਹੀਨੇ ਕੋਈ ਜ਼ਿਆਦਾ ਸਮਾਂ ਨਹੀਂ ਹੁੰਦਾ। 2 ਮਹੀਨੇ ਜਿਹਦੇ ਕੋਲੇ ਜਿੰਨਾ ਸਮਾਂ ਹੈ, ਕੋਈ ਰਾਤ ਨੂੰ 2 ਘੰਟੇ ਕੱਢ ਸਕਦਾ ਰਾਤ ਨੂੰ ਕੱਢੋ, ਕੋਈ ਸਵੇਰ ਨੂੰ ਕੱਢ ਸਕਦਾ ਸਵੇਰ ਨੂੰ ਕੱਢੋ। ਹਰ ਵਰਕਰ ਘੰਟਾ 2-2 ਘੰਟੇ ਤਾਂ ਪੱਕੇ ਤੌਰ 'ਤੇ ਲਾਓ। ਜਿਹੜੇ ਪਾਰਟੀ ਦੇ ਨੁਮਾਇੰਦਾ ਸੱਜਣ ਨੇ ਉਹ ਸਾਰੇ ਟਾਈਮ ਰੱਖ ਕਰਕੇ ਦਫ਼ਤਰ ਖੋਲ੍ਹ ਕੇ ਚੰਗੇ ਢੰਗ ਨਾਲ ਮੁਹਿੰਮ ਨੂੰ ਜਿਹੜੀ ਹੈ ਪ੍ਰਚਾਰ ਕਰੀਏ, ਤਾਂ ਕਿ ਆਪਾਂ ਇਹ ਸੀਟ ਜਿੱਤ ਕੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾਈਏ, ਮੁਹੰਮਦ ਅਵੈਸ ਸਾਹਿਬ ਦਾ ਨਾਮ ਉੱਚਾ ਕਰੀਏ, ਔਰ ਉਹਨਾਂ ਦੀ ਸਰਪ੍ਰਸਤੀ ਹੇਠ ਲੜੀ ਚੋਣ ਹੈ ਜਿਹੜੀ ਮਲੇਰਕੋਟਲੇ ਦਾ ਇਤਿਹਾਸ ਬਦਲੇਗੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਲਾਮ ਅਲੈਕੁਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਥੀਓ और बासलाहियत इंसान तजर्बेकार इंसान और मैनू भी और पूरे शहर में भी भरोसा है कि अगर अल्लाह सानू मौका देगा तो ਅਸੀਂ ਇਹਨੂੰ ਬਹੁਤ ਹੀ ਜ਼ਿੰਮੇਵਾਰੀਆਂ ਨਿਭਾਵਾਂਗੇ। ਕੀ ਕਹੋਗੇ ਲੋਕਾਂ ਨੂੰ ਜਿਹੜਾ ਖੌਫ ਹੈਗਾ, ਕਾਫੀ ਗੱਲਾਂ ਬਾਤਾਂ ਨੇ ਜਿਹੜੀਆਂ ਵੀ ਇਹਨਾਂ ਨੂੰ ਜਿਤਾਉਣ ਜਾਣ ਦੀ, ਕੀ ਅਪੀਲ ਕਰੋਗੇ ਮਲੇਰਕੋਟਲਾ ਹਲਕੇ ਦੀ? ਮਲੇਰਕੋਟਲੇ ਵਾਸਤੇ ਸਰ ਮੈਂ ਹਲਕੇ ਹੀ ਅਪੀਲ ਕਰੂੰਗਾ ਵੀ ਦੇਖੋ ਹੁਣ ਤੁਸੀਂ 4.5 ਸਾਲ ਦਾ ਜਿਹੜਾ ਦੌਰ ਗੁਜ਼ਰ ਚੁੱਕਿਆ ਹੈ, ਅਗਰ ਤੁਸੀਂ ਤਾਂ ਮੁਤਮਈਨ ਹੋ, ਅਗਰ ਇਸੇ ਤਰ੍ਹਾਂ ਹੀ ਤੁਸੀਂ ਜ਼ਿੰਦਗੀ ਜੀਣਾ ਚਾਹੁੰਦੇ ਹੋ ਫਿਰ ਤਾਂ ਦੈਟਸ ਆਲ, ਕੋਈ ਬਾਤ ਨਹੀਂ। ਹਾਂ ਹੁਣ ਇਹ ਮੌਕਾ ਹੈਗਾ ਕਿ ਤੁਸੀਂ ਇਹਨੂੰ ਰਿਜੈਕਟ ਕਰੋ ਐਸੇ ਹਾਲਾਤ ਨੂੰ, ਔਰ ਇੱਕ ਸਾਨੂੰ ਮੌਕਾ ਦੇਵੋ, ਫਿਰ ਇਨਸ਼ਾਅੱਲਾ ਤਾਲਾ ਤੁਹਾਨੂੰ ਜੋ ਅਸੀਂ ਕਹਾਂਗੇ ਕਰਕੇ ਦਿਖਾਵਾਂਗੇ। ਪਾਰਟੀ ਦੇ ਜਿਹੜਾ ਪ੍ਰੋਗਰਾਮ ਹੈ ਉਹਦੇ ਬਾਰੇ ਦੇਖੋ, ਅੱਜ ਜੋ ਨੁਸਰਤ ਇਕਰਾਮ ਖਾਨ ਬੱਗਾ ਜੀ ਨੂੰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਮਲੇਰਕੋਟਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਐਲਾਨ ਕੀਤਾ, ਉਸ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਮੁਹੰਮਦ ਅਵੈਸ ਸਾਹਿਬ ਦੇ ਸੱਦਾ ਪੱਤਰ ਤੇ ਸਾਰੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਔਰ ਵਧੀਆ ਔਰ ਸੱਜੇ ਢੰਗ ਨਾਲ ਇਸ ਚੋਣ ਮੁਹਿੰਮ ਨੂੰ ਚਲਾਉਣ ਲਈ ਇਹ ਮੀਟਿੰਗ ਹੈ ਜਿਹੜੀ ਆਯੋਜਿਤ ਕੀਤੀ ਗਈ, ਜਿਸ ਵਿੱਚ ਬੜੇ ਉਤਸ਼ਾਹ ਨਾਲ, ਬਹੁਤ ਹੀ ਜੋਸ਼ ਖਰੋਸ਼ ਨਾਲ ਵਰਕਰ ਵੀ ਆਏ, ਸ਼ਹਿਰ ਦੇ ਹੋਰ ਸੱਜਣ ਵੀ ਆਏ, ਔਰ ਸਾਰੇ ਵਰਕਰਾਂ ਵਿੱਚ ਇਕਮੁੱਠਤਾ ਬਿਨਾਂ ਕਿਸੇ ਵਾਦ ਵਿਵਾਦ ਤੋਂ ਜਿਸ ਤਰ੍ਹਾਂ ਸਾਡੇ ਉਮੀਦਵਾਰ ਨੂੰ ਲੋਕਾਂ ਨੇ ਪ੍ਰਵਾਨ ਕੀਤਾ, ਉਸ ਦੀ ਮੈਂ ਪਾਰਟੀ ਪ੍ਰਧਾਨ ਸਾਹਿਬ ਨੂੰ ਵੀ ਔਰ ਮਾਨਯੋਗ ਬੱਗਾ ਸਾਹਿਬ ਨੂੰ ਵੀ ਔਰ ਅਵੈਸ ਸਾਹਿਬ ਨੂੰ ਵੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਪ੍ਰਧਾਨ ਜੀ, ਗੱਲ ਇਹ ਆ ਰਹੀ ਹੈ ਕਿ ਇਹ ਜਿਹੜਾ ਮਲੇਰਕੋਟਲੇ ਸੀਟ ਹੈ ਕਾਫੀ ਸੋਲਿਡ ਸੀਟ ਮੰਨੀ ਜਾ ਰਹੀ ਹੈ ਕਿ ਮੁਸਤਫਾ ਜਿਹੜਾ ਬਹੁਤ ਸੋਲਿਡ ਹੈ। ਜਾਂ ਤੁਹਾਡੇ ਕੈਂਡੀਡੇਟ ਜਿਹੜੇ ਕਿਸ ਤਰੀਕੇ ਨਾਲ ਉਹਨਾਂ ਨੂੰ ਲੈਣਗੇ, ਕੀ ਸਟ੍ਰੈਟਜੀ ਲੈ ਕੇ ਆ ਰਹੇ ਹੋ, ਕੀ ਮਲੇਰਕੋਟਲੇ ਵਾਸਤੇ ਲੈ ਕੇ ਆ ਰਹੇ ਹੋ ਕਿ ਤੁਸੀਂ ਉਸ ਮੁਸਤਫਾ ਨੂੰ ਖੜਾ ਕਰੋ? ਦੇਖੋ, ਕੁਝ ਗੱਲਾਂ ਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਲਪਨਾ ਕਰਦੇ ਹਾਂ, ਚਾਹੇ ਰਾਜਨੀਤਿਕ ਤੌਰ ਤੇ ਕਰਦੇ ਹਾਂ, ਕੁਝ ਪ੍ਰੈਸ ਦੇ ਤੌਰ ਤੇ ਵੀ ਆਪਾਂ ਕਰਦੇ ਹਾਂ, ਕੁਝ ਹਕੀਕਤਾਂ ਹੁੰਦੀਆਂ ਨੇ ਜੋ ਲੋਕਾਂ ਦੇ ਮਨਾਂ 'ਚ ਹੁੰਦੀਆਂ ਨੇ। ਸੋ ਲੋਕਾਂ ਦੇ ਮਨਾਂ 'ਚੋਂ ਅੱਜ ਚਾਹੇ ਮੁਸਤਫਾ ਸਾਹਿਬ ਨੇ ਚਾਹੇ ਰਜ਼ੀਆ ਉਹ ਲੈ ਚੁੱਕੇ ਨੇ। ਤੁਸੀਂ ਆਮ ਆਵਾਮ ਨਾਲ ਕਿਸੇ ਵੀ ਵਿਅਕਤੀ ਨਾਲ ਗੱਲ ਕਰੋਗੇ ਤਾਂ ਉਹਨਾਂ ਦਾ ਮਨਾਂ ਵਿੱਚ ਸਤਿਕਾਰ ਨਹੀਂ ਹੈ, ਡਰ ਹੈ। ਡਰ ਨਾਲ ਕਦੇ ਵੋਟਾਂ ਜਾਂ ਇਲੈਕਸ਼ਨਾਂ ਨਹੀਂ ਜਿੱਤੀਆਂ ਜਾ ਸਕਦੀਆਂ। ਸੋ ਉਹ ਡਰ ਹੈ ਜਿਹੜਾ ਉਹ ਸਾਡੇ ਮਾਨਯੋਗ ਨੁਸਰਤ ਇਕਰਾਮ ਖਾਨ ਜੀ ਬੱਗਾ ਸਾਹਿਬ ਉਹ ਡਰ ਵੀ ਚੱਕਣਗੇ, ਔਰ ਅਸੀਂ ਤੁਹਾਨੂੰ ਇਹ ਵੀ ਵਿਸ਼ਵਾਸ ਦਿਵਾਉਂਦੇ ਕਿ ਸਾਡਾ ਜਿਹੜਾ ਉਮੀਦਵਾਰ ਹੈ ਉਹ ਵੀ ਮੁਹੰਮਦ ਅਵੈਸ ਸਾਹਿਬ ਵੀ ਜਿਨ੍ਹਾਂ ਦੀ ਸਰਪ੍ਰਸਤੀ 'ਚ ਅਸੀਂ ਲੜ ਰਹੇ ਹਾਂ, ਔਰ ਸਾਡੀ ਪਾਰਟੀ, ਸਾਡਾ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਜੋ ਗੱਠਜੋੜ ਹੈ ਉਹ ਲੋਕਾਂ ਦੇ ਮਨਾਂ ਦੇ ਵਿੱਚ ਵਸਿਆ ਹੋਇਆ। ਔਰ ਤੁਸੀਂ ਇਸ ਵਾਰ ਮਲੇਰਕੋਟਲੇ ਦਾ ਰਿਜ਼ਲਟ ਦੇਖੋਗੇ ਕਿ ਬੱਗਾ ਜੀ ਬਹੁਤ ਵੱਡੀ ਲੀਡ ਨਾਲ ਇਹ ਸੀਟ ਹੈ ਜਿਹੜੀ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਦੇਖੋ, ਇਸ ਵਕਤ ਮੇਨ 2 ਸੀਟਾਂ ਡਿਕਲੇਅਰ ਹੋ ਚੁੱਕੀਆਂ, ਇੱਕ ਰਜ਼ੀਆ, ਇੱਕ ਬੱਗਾ।
ਤੁਸੀਂ ਬੱਗਾ ਜੀ ਚ ਕਿਹੜੀਆਂ ਉਹ ਖੂਬੀਆਂ ਪਾਉਂਦੇ ਹੋ ਕਿ ਜਿਹੜੀਆਂ ਰਜ਼ੀਆ ਨਾਲੋਂ ਬਿਹਤਰ ਹੈ ਉਹਦੇ ਜਿੱਤਣ ਦੀ ਉਮੀਦ? ਤੁਸੀਂ ਮੈਂ ਤਾਂ ਕਹਿੰਦਾ ਸਾਰੀਆਂ ਖੂਬੀਆਂ ਨੇ। ਦੇਖੋ ਪੋਲੀਟੀਕਲ ਬੰਦੇ ਸਭ ਨਾਲੋਂ ਵੱਡਾ ਗੁਣ ਹੁੰਦਾ ਹੈ ਉਹਦੀ ਪਾਰਟੀ ਨਾਲ ਜਿਹੜੀ ਵਫਾਦਾਰੀ ਹੁੰਦੀ ਹੈ। ਉਹ ਸਭ ਨਾਲੋਂ ਵੱਡੀ ਵਫਾਦਾਰੀ ਮੈਂ ਨੁਸਰਤ ਇਕਰਾਮ ਖਾਨ 'ਚ ਦੇਖੀ ਹੈ ਕਿ ਉਹਨਾਂ ਨੇ ਚੋਣ 2002 ਤੋਂ ਬਾਅਦ ਅੱਜ 19 ਸਾਲ ਹੋ ਗਏ, 19 ਸਾਲਾਂ 'ਚ ਕਦੇ ਵੀ ਉਹ ਵਫਾਦਾਰੀ ਤੇ ਆਂਚ ਨਹੀਂ ਆਉਣ ਦਿੱਤੀ। ਦੂਜਾ ਗੁਣ ਹੁੰਦਾ ਲੋਕਾਂ 'ਚ ਜਾਣ ਆਉਣ ਦਾ, ਪੋਲੀਟੀਕਲ ਬੰਦੇ ਦਾ। ਕਦੇ ਵੀ ਇਹਨਾਂ ਨੇ ਉਹਨਾਂ ਸਾਲਾਂ ਜਿੱਥੇ ਇਹਨਾਂ ਨੂੰ ਕਿਸੇ ਨੇ ਬੁਲਾਇਆ ਇਹਨਾਂ ਨੇ ਗੈਰ ਹਾਜ਼ਰੀ ਨਹੀਂ ਦਿਖਾਈ, ਹਰ ਥਾਂ ਹਾਜ਼ਰ ਹੁੰਦੇ ਰਹੇ ਨੇ। ਤੀਜੀ ਗੱਲ ਹੁੰਦੀ ਹੈ ਕਿ ਲੋਕਾਂ 'ਚ ਤੁਸੀਂ ਕੰਮ ਧੰਦਿਆਂ ਵਿੱਚ ਲੋਕਾਂ ਨੂੰ ਕਿੰਨਾ ਕੁ ਸਹਿਯੋਗ ਕਰਦੇ ਹੋ, ਉਹਦੇ ਵਿੱਚ ਵੀ ਉਹਨਾਂ ਨੇ ਕਦੇ ਕੁਤਾਹੀ ਨਹੀਂ ਕੀਤੀ। ਔਰ ਦੂਜੇ ਪਾਸੇ ਦੇਖੀਏ ਉਹ ਤਿੰਨੇ ਗੱਲਾਂ ਉਹਨਾਂ 'ਚ ਸਾਨੂੰ ਕਿਤੇ ਦੇਖਣ ਨੂੰ ਨਹੀਂ ਮਿਲਦੀਆਂ। ਨਾ ਕਿਸੇ ਦੇ ਉਹ ਆਏ ਗਏ ਨੇ, ਨਾ ਕਿਸੇ ਨੂੰ ਸੌਫਟ ਤਰੀਕੇ ਨਾਲ ਪੇਸ਼ ਆਏ ਨੇ। ਸੋ ਇੱਕ ਮੈਨੇਜਮੈਂਟ ਔਰ ਸਰਕਾਰੀ ਸ਼ਕਤੀ ਦੀ ਜਾਂ ਪੁਲਿਸ ਦੀ ਸ਼ਕਤੀ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਰਾਜ ਕੀਤਾ, ਉਹ ਸਮਾਂ ਬੀਤ ਗਿਆ। ਸੋ ਅੱਜ ਲੋਕ ਨੇ ਜਿਹੜੇ ਉਹਨਾਂ ਗੱਲਾਂ ਦਾ ਜਵਾਬ ਦੇਣ ਨੂੰ ਤਿਆਰ ਬੈਠੇ ਨੇ। ਔਰ ਤੁਸੀਂ ਦੇਖੋਗੇ ਕਿ ਬੱਗਾ ਜੀ ਇਹ ਸੀਟ ਆ ਜਿਹੜੀ ਕਿੱਡੇ ਮਾਰਜਨ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਉਣ। ਆਪ ਨੂੰ ਕਿੱਦਾਂ ਲੱਗਦਾ ਆਪ ਦੇ ਕੈਂਡੀਡੇਟ ਨੂੰ, ਆਪ ਦੀ ਪਾਰਟੀ ਨੂੰ? ਵੀ ਪਿੰਡਾਂ 'ਚ ਇੱਕ ਗੱਲ ਚੱਲ ਰਹੀ ਹੈ ਕਿ ਇਸ ਵਕਤ ਜਿਹੜਾ ਮੁਕਾਬਲਾ ਹੈ ਜਾਂ ਪੰਜਾਬ ਜਿਹੜੀ ਗੱਲ ਚੱਲ ਰਹੀ ਹੈ ਮੁਕਾਬਲਾ ਜਿਹੜਾ ਹੈ ਆਪ ਤੇ ਕਾਂਗਰਸ ਹੈ, ਤੁਸੀਂ ਕੀ ਮੰਨਦੇ ਹੋ? ਤੁਹਾਡਾ ਕੀ ਸੋਚ? ਅਸੀਂ ਤਾਂ ਇਹ ਮੰਨਦੇ ਹਾਂ ਜਦੋਂ ਸ਼ਹਿਰਾਂ ਵਾਲੇ ਪੁੱਛਦੇ ਨੇ ਉਹ ਪਿੰਡਾਂ 'ਚ ਕਹਿੰਦੇ ਨੇ, ਜਦੋਂ ਪਿੰਡਾਂ 'ਚ ਜਾਂਦੇ ਨੇ ਉਹ ਕਹਿੰਦੇ ਨੇ ਸ਼ਹਿਰਾਂ 'ਚ ਸਾਡਾ ਮੁਕਾਬਲਾ ਉਹਨਾਂ ਦਾ ਕਿਤੇ ਨਹੀਂ। ਆਪ ਇੱਕ ਫੇਲ ਹੋ ਚੁੱਕੀ ਜਮਾਤ ਹੈ। ਔਰ ਤੁਸੀਂ ਇਹ ਵੀ ਦੇਖ ਲਓ ਕਿ ਕਿਸੇ ਵੀ ਪਾਰਟੀ ਨੇ ਜਿਹੜੀ ਆਪਦੇ 10 MLA ਜਿਹਦੇ ਭੱਜ ਗਏ ਪਈਆਂ 'ਚੋਂ, ਉਹ ਪਾਰਟੀ ਮੂਹਰੇ ਜੇ ਕੱਲ੍ਹ ਨੂੰ ਮੰਨ ਲਓ ਜੇ MLA ਜਿੱਤ ਵੀ ਜਾਂਦੇ ਨੇ ਖੜ੍ਹ ਜਾਣਗੇ ਉਹਨਾਂ ਨੇ ਫਿਰ ਵੀ ਖਿੰਡਣਾ ਹੀ ਹੈ। ਸੋ ਇਸ ਕਰਕੇ ਉਹਨਾਂ ਨੂੰ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ 100% ਭਰੋਸਾ ਹੈ ਕਿ ਆਮ ਦੀ ਨਾ ਤਾਂ ਕੋਈ ਨੀਤੀ ਹੈ, ਸਿਰਫ ਵੱਡੇ ਵੱਡੇ ਝੂਠੇ ਵਾਅਦੇ, ਵੱਡੀਆਂ ਵੱਡੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਹੈ। ਹੁਣ ਤੁਸੀਂ ਇਹ ਗੱਲ ਦੱਸੋ, 1000 ਰੁਪਇਆ ਔਰਤਾਂ ਲਈ ਕਿਹਾ, ਕੀ ਦਿੱਲੀ 'ਚ 1000 ਰੁਪਇਆ ਔਰਤਾਂ ਨੂੰ ਦੇ ਰਹੇ ਨੇ? ਪੰਜਾਬ 'ਚ ਅਡਲਟ ਔਰਤਾਂ ਦੀ ਜਿਹੜੀ ਪਾਪੂਲੇਸ਼ਨ ਆ ਉਹ ਨੀਅਰ ਅਬਾਊਟ 1 ਕਰੋੜ 10 ਲੱਖ ਦੇ ਕਰੀਬ ਹੈ। ਔਰ 1 ਕਰੋੜ 10 ਲੱਖ ਦੀ ਪਾਪੂਲੇਸ਼ਨ ਨੂੰ ਜੇ 1000 ਰੁਪਏ ਨਾਲ ਕੈਲਕੂਲੇਟ ਕਰਦੇ ਆ ਤਾਂ ਉਹ ਤਕਰੀਬਨ 13000 ਕਰੋੜ ਰੁਪਏ ਦੇ ਕਰੀਬ ਰਕਮ ਹੈ ਜਿਹੜੀ ਸਾਲ ਦੀ ਬਣਦੀ ਆ। ਸੋ 13000 ਕਰੋੜ ਰੁਪਏ ਸਾਡੀ ਤਾਂ GST ਦੀ ਇਨਕਮ ਵੀ ਹੈ ਨਹੀਂ। ਦੇਣ ਵਾਲੀ ਗੱਲਾਂ, ਵਾਅਦਿਆਂ ਵਾਲੀਆਂ ਗੱਲਾਂ। ਇਹੀ ਕਹਿ ਕੇ ਕੈਪਟਨ ਲੁੱਟ ਕੇ ਲੈ ਗਿਆ ਪੰਜਾਬ ਨੂੰ, 5 ਸਾਲ ਸਾਡੇ ਖਰਾਬ ਹੋ ਗਏ। ਉਹੀ ਝੂਠ ਸਮਾਨ ਬੋਲਣ ਤੇ ਉਹ ਲੱਗੇ ਹੋਏ ਨੇ। ਸੋ ਇਹ ਕੋਈ ਪ੍ਰੈਕਟੀਕਲ ਗੱਲਾਂ ਨਹੀਂ, ਸਭ ਝੂਠ ਹੈ। ਕਿਤੇ ਇਹਨਾਂ ਦੀ ਇੰਪਲੀਮੈਂਟੇਸ਼ਨ ਨਹੀਂ ਹੋਣੀ। ਇਹ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਨੇ ਸਾਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ। ਸਭ ਨਾਲੋਂ ਬੜਾ ਸਵਾਲ ਜੋ ਮਲੇਰਕੋਟਲਾ ਦੇ ਲੋਕ ਪੁੱਛਣਾ ਚਾਹੁੰਦੇ ਨੇ, ਤੁਸੀਂ ਕਿਉਂ ਇਲੈਕਸ਼ਨ ਤੋਂ ਪਿੱਛੇ? ਇਹਦੇ ਵਿੱਚ ਕੋਈ ਵੀ ਮੇਰਾ ਜ਼ਾਤੀ ਫੈਸਲਾ ਹੈ ਔਰ ਸਭ ਤੋਂ ਜਿਹੜਾ ਮੇਨ ਗੱਲ ਹੈ, ਮੈਂ ਕਿਸੇ ਵੀ ਦਬਾਅ 'ਚ ਨਹੀਂ, ਐਸੀ ਕੋਈ ਬਾਤ ਨਹੀਂ ਹੈਗੀ। ਔਰ ਮੇਰੇ ਬਿਜ਼ਨਸ ਰੁਝੇਵੇਂ, ਮੇਰਾ ਬਿਜ਼ਨਸ ਵੀ ਫੈਲ ਚੁੱਕਿਆ ਔਰ ਸਕੂਲ ਦੀ ਜ਼ਿੰਮੇਵਾਰੀਆਂ ਬਹੁਤ ਨੇ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਮੈਂ ਫੈਸਲਾ ਕੀਤਾ ਕਿ ਮੈਂ ਕਿੱਦਾਂ ਦੇ ਕੈਂਡੀਡੇਟ ਮੰਗਦੇ ਹੋ? ਬੱਗਾ ਜੀ ਬਹੁਤ ਅੱਛੇ ਕੈਂਡੀਡੇਟ ਨੇ, ਪਹਿਲਾਂ ਦੇਖ ਚੁੱਕੇ ਆਪਾਂ ਇਹਨਾਂ ਨੂੰ ਔਰ ਪਾਰਟੀ ਦੇ ਨਾਲ ਸਭ ਤੋਂ ਜ਼ਿਆਦਾ ਫੇਥਫੁਲ। ਰਜ਼ੀਆ ਤੇ ਬੱਗਾ ਜੀ 'ਚ ਕੀ ਕੁਆਲਿਟੀਆਂ ਨੇ, ਉਹਨਾਂ ਨੂੰ ਕਿਵੇਂ ਉਹ ਕਰਦੇ? ਸਭ ਤੋਂ ਬੜੀ ਕੁਆਲਿਟੀ ਤਾਂ ਇਹੀ ਹੈ ਕਿ ਉਹ ਇੱਕ ਲੇਡੀ ਹੈ, ਇੱਕ ਮਰਦ ਹੈ। ਤੇ ਸਭ ਤੋਂ ਬੜੀ ਤਾਂ ਇਹ ਹੈ ਕਿ ਜੋ ਮਰਦ ਜੋ ਕੰਮ ਕਰ ਸਕਦਾ ਲੇਡੀ ਨਹੀਂ ਕਰ ਸਕਦੀ। ਜੋ ਇਸ ਵਕਤ ਆਪਾਂ ਦੀ ਗੱਲ ਕਰੀਏ ਅੱਜ ਦੀ ਘੜੀ ਵਿੱਚ ਜੋ ਰਜ਼ੀਆ ਦੇ ਨਾਮ ਬੋਲਿਆ, ਉਹ ਕਿਹਾ ਜਾਂਦਾ ਹੈ ਕਿ ਭਾਵੇਂ ਕੈਪਟਨ ਨੇ ਇਹ ਗੱਲ ਕਹਿਤੀ ਕਿ ਇਹ ਅਸੀਂ ਨਵਾਬਾ ਕਰਕੇ ਡਿਸਟ੍ਰਿਕਟ ਬਣਾਇਆ ਹੈ, ਲੇਕਿਨ ਜਨਤਾ ਜਿਹੜੀ ਆਵਾਮ ਹੈ ਉਹ ਕਿਤੇ ਨਾ ਕਿਤੇ ਕਹਿੰਦੀ ਹੈ ਕਿ ਰਜ਼ੀਆ ਨੇ ਬਣਾਇਆ ਜੀ ਡਿਸਟ੍ਰਿਕਟ। ਉਹ ਮੈਡੀਕਲ ਕਾਲਜ ਦੀ ਗੱਲ ਕਰਦੇ ਹੈ, ਉਹ ਸੜਕਾਂ ਦੀ ਜੋ ਕੰਮ ਚੱਲ ਉਹਦੀ ਗੱਲ ਚੱਲਦੇ ਹੈ। ਉਹਨੂੰ ਕਿਵੇਂ ਜਿਹੜਾ ਹੈ ਅਕਾਲੀ ਦਲ ਜਿਹੜਾ ਹੈ ਉਹ ਕਰੇਗਾ, ਡਿਨਾਈ ਕਰੇਗਾ? ਕਿਆ ਇਹ ਡਿਨਾਈ? ਦੇਖੋ ਜਿਹੜਾ ਡਿਸਟ੍ਰਿਕਟ ਬਣਿਆ ਉਹ ਸਭ ਦੇਖ ਹੀ ਰਹੇ ਨੇ, ਪਰ ਉਹ ਡਿਸਟ੍ਰਿਕਟ ਕਿਸ ਢੰਗ ਨਾਲ ਚੱਲ ਰਿਹਾ ਇਹ ਲੋਕੀ ਵੀ ਦੇਖ ਰਹੇ ਨੇ, ਹੈ ਨਾ। ਪਹਿਲਾਂ ਕੰਮ ਤਾਂ ਕਰੋ, ਡੂ ਵਟ ਯੂ ਕੈਨ, ਜੇ ਕਰ ਸਕਦੇ ਹੋ ਤਾਂ ਕਰੋ। ਹੁਣ ਡਿਸਟ੍ਰਿਕਟ ਦਾ ਬਣਾਤਾ ਲੇਕਿਨ ਉਹ ਪਰਫਾਰਮ ਤਾਂ ਕਰ ਨਹੀਂ ਰਿਹਾ ਠੀਕ ਹੈ। ਬੜੇ ਪਰੇਸ਼ਾਨੀਆਂ ਆ ਰਹੀਆਂ ਨੇ। ਕਿੱਦਾਂ ਦੀਆਂ ਪਰੇਸ਼ਾਨੀਆਂ? ਪੁਰਾਣੀਆਂ, ਨਾ ਤਾਂ ਬਿਲਡਿੰਗ ਹੈ, ਨਾ ਇੰਫਰਾਸਟ੍ਰਕਚਰ ਹੈ, ਨਾ ਕੋਈ ਡਿਪਾਰਟਮੈਂਟ ਕਿੱਥੇ ਬੈਠਾ, ਕੋਈ ਕਿੱਥੇ ਬੈਠਾ ਹੈ। ਜਿੰਨੇ ਵੀ ਡਿਸਟ੍ਰਿਕਟ ਬਣਾਉਣ ਵਾਸਤੇ ਜਿੰਨੇ ਵੀ ਡਿਪਾਰਟਮੈਂਟ ਹੋਣੇ ਚਾਹੀਦੇ ਨੇ ਉਹ ਹਜੇ ਤਾਂ ਸ਼ੁਰੂ ਵੀ ਨਹੀਂ ਹੋਏ ਹੈਗੇ। ਮਲੇਰਕੋਟਲੇ ਦੇ ਆਵਾਮ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਮਲੇਰਕੋਟਲੇ ਦੇ ਆਵਾਮ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ ਜ਼ਾਤ ਬਰਾਦਰੀ 'ਚ ਨਾ ਪਈਓ, ਬਹੁਤ ਨੁਕਸਾਨ ਹੋ ਚੁੱਕਿਆ। ਇੱਕ ਵਾਰੀ ਸਾਨੂੰ ਮੌਕਾ ਦੇ ਦਿਓ। ਕਿਆ ਮੁਸਤਫਾ ਦਾ ਦਬਦਬਾ ਇਸ ਗੱਲ 'ਤੇ ਅਸਰ ਕਰੂਗਾ? ਦੇਖੋ ਮੁਸਤਫਾ ਦਾ ਦਬਦਬਾ ਕਰੇ ਨਾ ਕਰੇ, ਅਸਲ 'ਚ ਗੱਲ ਜਿਹੜੀ ਹੈਗੀ ਨਾ, ਲੋਕਾਂ ਨੂੰ ਬਹੁਤ ਠੰਡੇ ਵਿਚਾਰ ਨਾਲ ਗੱਲ ਕਰਨਾ ਚਾਹੀਦੀ। ਮੁਸਤਫਾ ਨੇ ਕਿਸੇ ਦਾ ਕੀ ਵਿਗੜਿਆ ਅੱਜ ਤੱਕ ਦੱਸੋ? ਨਹੀਂ, ਕਿਤੇ ਨਾ ਕਿਤੇ ਵੈਸਾ ਲੋਕਾਂ 'ਚ ਮੈਂ ਜਿਹੜਾ ਵੀ ਸਵਾਲ ਪੁੱਛ ਰਿਹਾ ਲੋਕਾਂ ਦਾ ਪੁੱਛ ਰਿਹਾ, ਕਿਤੇ ਨਾ ਕਿਤੇ ਲੋਕਾਂ ਦੇ ਸਵਾਲ ਇਹ ਦੇਖੋ ਕਿਸੇ ਮੈਂ ਤੁਹਾਨੂੰ ਸਵਾਲ
ਮੈਂ ਪਿੱਛੇ ਕੋਲੋਂ ਜਮੀਲੁਰ ਰਹਿਮਾਨ ਦੀ ਪ੍ਰੈਸ ਕਾਨਫਰੰਸ ਕੀਤੀ, ਉਹਦੇ 'ਚ ਵੀ ਮੈਂ ਸਵਾਲ ਪੁੱਛਿਆ ਕਿ ਲੋਕ ਕਹਿੰਦੇ ਕਿ ਉਹ ਖੁੱਲ੍ਹ ਕੇ ਇਸ ਕਰਕੇ ਨਹੀਂ ਬੋਲ ਰਹੇ ਵੀ ਉਹ ਡਰਦਾ ਹੈ, ਉਹ ਡਰ ਰਿਹਾ। ਕਿਤੇ ਨਾ ਕਿਤੇ ਇਹ ਵੀ ਗੱਲ ਆ ਰਹੀ ਕਿ ਜਿਹੜੇ ਅਵੈਸ ਸਾਹਿਬ ਹੈ ਉਹ ਡਰ ਕੇ ਪਿੱਛੇ ਹੋਇਆ। ਇਹਦਾ ਜਵਾਬ ਤੁਸੀਂ ਮਲੇਰਕੋਟਲੇ ਨੂੰ ਜ਼ਰੂਰ ਦਿਓ। ਦੇਖੋ ਮੈंने ਤਾਂ ਸ਼ੁਰੂਆਤ ਹੀ ਇੱਥੋਂ ਕੀਤਾ, ਹਾਲਾਂਕਿ ਤੁਹਾਨੂੰ ਕੁਐਸਚਨ ਪਹਿਲਾਂ ਤਾਂ ਨਹੀਂ ਕੀਤਾ, ਪਰ ਮੈंने ਸ਼ੁਰੂਆਤ ਹੀ ਇੱਥੋਂ ਕੀਤੀ। ਐਸੀ ਡਰ ਵਾਲੀ ਕੋਈ ਗੱਲ ਨਹੀਂ, ਮੈਨੂੰ ਕਿਦੋਂ ਡਰਨਾ ਭਾਈ, ਅੱਲਾ ਤੋਂ ਡਰਨਾ ਹਰ ਟਾਈਮ। ਹਾਂ, ਅੱਲਾ ਦਾ ਡਰ ਜ਼ਰੂਰ ਸਮਾਇਆ ਰਹਿੰਦਾ ਹੈ। ਇਸ ਕਰਕੇ ਇਹ ਜਿਹੜੇ ਲੋਕੀ ਹੁਣ ਇਸ ਟਾਈਮ ਜਿਨ੍ਹਾਂ ਕੋਲ ਵੀ ਪਾਵਰ ਹੈ ਜਾਂ ਕੋਈ ਮਰਜ਼ੀ ਹੈ, ਇਹ ਦੁਨੀਆ ਦੀ ਜ਼ਿੰਦਗੀ ਇੱਕ ਦਿਨ ਖਤਮ ਹੋਣੀ ਹੈ। ਇਹ ਚਾਹੇ ਤੁਸੀਂ ਇਹਨੂੰ 올ਡ ਥਾਟ ਕਹਿ ਦਿਓ, ਜੋ ਮਰਜ਼ੀ ਕਹਿ ਦਿਓ, ਇੱਕ ਦਿਨ ਰੱਬ ਦੇ ਮੂਹਰੇ ਜਾ ਕੇ ਖੜਾ ਹੋ। ਬੰਗਾ ਜੀ ਕੀ ਲੈ ਕੇ ਆ ਰਹੇ ਹੋ ਮਲੇਰਕੋਟਲੇ ਵਾਸਤੇ, ਨਵਾਂ ਕੀ ਸੋਚ ਹੈ ਤੁਹਾਡੀ? ਮਲੇਰਕੋਟਲੇ ਵਾਸਤੇ सोच है कि जिस जिले का कह रहे हैं और मैडिकल कॉलेज का असी पूरी कोशिश करेंगे मलेरकोटले यूनिवर्सिटी बनाना। यूनिवर्सिटी बनवावांगे सरकार, कल साड़ी सरकार इंशाल्लाह बनती है अकाली दल BSP की मलेरकोटले में यूनिवर्सिटी बनवावांगे इंशाल्लाह। ਕੋਈ ਜਿਵੇਂ ਲੋਕ ਕਹਿੰਦੇ ਜਿਸ ਤਰ੍ਹਾਂ ਦੇ ਮੁਸਤਫਾ ਦੇ ਬਿਆਨ ਆ ਰਹੇ ਹਨ, ਜਿਸ ਤਰ੍ਹਾਂ ਰਜ਼ੀਆ ਦੇ ਬਿਆਨ ਆ ਰਹੇ ਹਨ, ਕਿੰਨਾ ਕੁ ਤੁਸੀਂ ਮੁਤਾਸਿਰ ਹੋ, ਕਿੰਨਾ ਕੁ ਤੋਂ ਤੁਸੀਂ ਉਹ ਹੋਏ ਹੋ ਕਿ ਤੁਹਾਡਾ ਮੁਕਾਬਲਾ ਟਫ ਹੈ? नहीं असी तो टफ कह ही नहीं रहे, ये तो तुसी टफ कह रहे हो। ਨਹੀਂ ਜਨਤਾ ਦੀ ਆਵਾਜ਼ ਅਸੀਂ ਵੀ ਨਹੀਂ ਕਹਿ ਰਹੇ। नहीं नहीं मैनू कहते हैं कि तुसी बहुत सॉफ्ट हो। सॉफ्ट तो सारी आवाम है जी, कुछ कहनी नहीं है। अब हम जब वोटा के मुताबिक दसेंगे ना कि सॉफ्ट कौन है कौन सकता, उस टाइम लगू पता। ਹੁਣ ਸਖਤੀ ਚੱਲੂਗੀ ਜਾਂ ਜੱਫੀ ਚੱਲੂਗੀ? नहीं जफ्फी आवाम नाल, मुखालफ नाल कोई जफ्फी नहीं, कोई समझौता नहीं होना, क्योंकि ਉਹਦੇ ਕਾਰਨਾਮੇ पूरी आवाम पहचान चुकी है। पहला था कि हिंदुओं मिला के मुसलमानों के खिलाफ, मुसलमान मिला के हिंदुओं के खिलाफ, ये बरगला चुकिया। ये बरगला ਉਹਦੇ मनसूबे खत्म हो चुके, जिस साढ़े प्रधान जी के झूना सामने गया कि किसी भी मोहल्ले किसी पिंड किसी शहर पुछ लो इसका उन्होंने चाहते। एक कुदरती देन है, वो तो खुद ही डर के भज जाना। ऐसी बात नहीं इंशाल्लाह, ਤੁਸੀਂ ਆਪ ਆਪਣੇ ਅੱਖਾਂ ਦੇਖੋ ਇਨਸ਼ਾਅੱਲਾ। ਠੀਕ ਹੈ ਨਾ? ਕੀ ਆਵਾਮ ਨੂੰ ਕੀ ਮੈਸੇਜ ਲਾਓਗੇ ਤੁਸੀਂ ਮਲੇਰਕੋਟਲੇ ਸੰਧੀ ਗੇਟ ਦੇ ਵਿੱਚ ਜੇ ਮੁਸਤਫਾ ਸਾਹਿਬ ਆਏ ਤੇ ਪ੍ਰੋਗਰਾਮ ਸੀਗਾ, ਉਹਨਾਂ ਨੇ ਆਪਣੀ ਕੌਮ ਨੂੰ ਲੈ ਕੇ ਜੋ ਗੱਲ ਕਹੀ, ਤੁਸੀਂ ਬਾਕੀ ਕੌਮਾਂ ਨੂੰ ਲੈ ਕੇ ਕੀ ਕਹੋਗੇ? नहीं असी तो सब गए, मजहब नहीं सिखाता आपस में बैठना, हिंदी है मतलब हिंदुस्तान हमारा। साड़ा पैगाम है कि श्रोमणी अकाली दल अब BSP अल्लाह की तरफों ताकत मिलेगी इंशाल्लाह, ये आवाम दोगी और सरकार बनू इंशाल्लाह। ये बिना किसी डर तो, कोई डर की लोड़ नहीं है। अभी खुद कह रहे हैं उस दिन कि बिल्कुल डर की लोड़ नहीं, और आप खुल के आवाज़ घूम रहे हैं सारे। ਡਰਨ ਦੀ ਗੱਲ ਕਹੀ ਹੈ, ਮੁਸਤਫਾ ਨੇ ਹੁਣੇ ਜਿਹੜੇ ਆਪਣੇ ਅਲਫਾਜ਼ ਤੁਸੀਂ ਵੀ ਦੁਹਰਾਏ ਨੇ, ਮੇਰੀ ਤਾਕਤ ਮੇਰੀ ਸੋਚ, ਆਪਨੇ ਗੱਲ ਫਾਇਲ ਤੁਸੀਂ ਨੂੰ ਲੈ ਕੇ ਉਹਨਾਂ ਨੇ ਇੱਕ ਪਰਚਾ ਦਰਜ ਕਰਾਤਾ ਨੋਟਬੰਦੀਆਂ ਦੇ, ਇਹਦੇ ਤੇ ਤੁਸੀਂ ਕੀ ਕਰੋਗੇ? ਡਰ ਪੈਦਾ ਕਰ ਰਹੇ ਹੋ ਇਸੇ ਤੁਸੀਂ ਬਤੌਰ ਕੈਂਡੀਡੇਟ, ਬਤੌਰ ਅਕਾਲੀ ਦਲ ਕੀ ਲੋਕਾਂ ਦਾ ਡਰ ਕੱਢੋਗੇ, ਕਿਵੇਂ ਕੱਢੋਗੇ? नहीं वो तो जानबूझ के कर रहे हैं, जानबूझ के कर रहे हैं, शरारतें करा रहे हैं। आज अपना कोड़ा नहीं ਜੇ ਉਹਦਾ ਅਲਫਾਜ਼ ਸਹੀ ਨੇ ਤਾਂ ਤੁਸੀਂ ਕੀ ਪਰਚਾ ਦਰਜ ਕਰਾਓਗੇ? बिल्कुल करावे। ਅਸੀਂ ਆਪਣੇ ਲੀਗਲ जो साढ़े एडवाइजर हैं उन्होंने गल करांगे, कोई ऐसा मामला असीं लड़ांगे, कोर्ट च लड़ांगे जाके।